ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ। ਵੈਲਕਮ ਟੂ ਪੰਜਾਬ ਅਕੈਡਮੀ ਆਨਲਾਈਨ। ਅੱਜ ਆਪਣਾ ਜਿਹੜਾ ਚੈਪਟਰ ਹੈ ਕਰਿਕੂਲਮ ਦਾ ਸਟਾਰਟ ਕਰਦੇ ਹਾਂ। ਪਹਿਲਾਂ ਮੇਰਾ ਇੱਕ ਇਕਨੋਮਿਕਸ ਦਾ ਲੈਕਚਰ ਜਿਹੜਾ ਹੈਗਾ ਮੈਂ ਅਪਲੋਡ ਕਰ ਦਿੱਤਾ ਸੀਗਾ, ਅਤੇ ਬਾਕੀ ਜਿਹੜੇ ਹੈਗੇ ਕਰਿਕੂਲਮ ਦਾ ਜਿਹੜਾ ਚੌਥਾ ਲੈਕਚਰ ਹੈ ਉਹ ਤੁਹਾਨੂੰ ਜਿਹੜਾ ਹੈਗਾ ਅੱਜ ਆਪਾਂ ਲਾਵਾਂਗੇ। ਮੈਂ ਤੁਹਾਨੂੰ ਸਿਲੇਬਸ ਬਾਰੇ ਥੋੜ੍ਹਾ ਜਿਹਾ ਦੱਸਦਾ ਕਿ ਆਪਣਾ ਜਿਹੜਾ ਕੰਪਲੀਟ ਹੋ ਚੁੱਕਿਆ ਲਰਨਿੰਗ ਐਂਡ ਟੀਚਿੰਗ ਵਾਲਾ ਹੋ ਗਿਆ ਜੀ। ਨੌਲੇਜ ਅਬਾਊਟ ਪ੍ਰੀ ਪ੍ਰਾਇਮਰੀ ਇਹ ਵੀ ਆਪਾਂ ਕੰਪਲੀਟ ਕਰ ਦਿੱਤਾ। ਇਸ ਤੋਂ ਬਾਅਦ ਆਪਾਂ ਕਰਾਂਗੇ ਇੱਕ ICT ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ, ਠੀਕ ਹੈ ਜੀ। ਉਸ ਤੋਂ ਬਾਅਦ ਸਟਾਰਟ ਕਰਾਂਗੇ ਕਲਾਸਰੂਮ ਐਂਡ ਮੈਨੇਜਮੈਂਟ। ਇਹ ਇੱਕ ਵਾਰੀ ਆਪਾਂ ਪੈਂਡਿੰਗ ਰੱਖਾਂਗੇ, ਕਰਾਂਗੇ ਇਹ ਵੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਸਟਾਰਟਿੰਗ ਉਹ ਵਾਲਾ ਕਰਾਂਗੇ। ਤਾਂ ਇਹ ਜਿਹੜੇ ਅੱਜ ਵਾਲੇ ਜਿਹੜੇ ਟੌਪਿਕ ਹੋਣਗੇ ਜਿਹੜੇ ਹੈਗੇ ਆ ਜੀ ICT ਅਤੇ ਕਲਾਸਰੂਮ ਜਿਹੜਾ ਹੈਗਾ ਆਪਾਂ ਹਾਫ ਕਰ ਲਾਂਗੇ ਅੱਜ। ਕੱਲ੍ਹ ਦੀ ਵੀਡੀਓ ਦੇ ਵਿੱਚ ਕੰਪਲੀਟ ਹੋ ਕੇ ਦੂਸਰਾ ਚੈਪਟਰ ਸਟਾਰਟ ਕਰ ਦਾਂਗੇ। ਵੱਧਦੇ ਆਪਣੇ ਸੈਸ਼ਨ ਵੱਲ। ਵਧਣ ਤੋਂ ਪਹਿਲਾਂ ਇੱਕ ਇਹ ਹੈ ਕਿ ਤੁਹਾਨੂੰ ਰਿਕੁਐਸਟ ਹੈ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸੈਸ਼ਨ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ। ਕਮੈਂਟ ਜ਼ਰੂਰ ਕਰ ਦਿਆ ਕਰੋ। ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜਿਹੜਾ ਹੈਗਾ ਤੁਸੀਂ ਚੈਨਲ ਦੇ ਉੱਪਰ ਜਾ ਕੇ ਜਾਂ ਜਿਹੜੀ ਵੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਉਹਦੇ ਉੱਪਰ ਜ਼ਰੂਰ ਕਮੈਂਟ ਕਰਿਆ ਕਰੋ। ਅਤੇ ਵੱਧਦੇ ਆਪਣੇ ਸੈਸ਼ਨ ਦੇ ਵੱਲ। ਸਭ ਤੋਂ ਪਹਿਲਾਂ ਦੇਖਦੇ ਹਾਂ, ਮੈਂ ਇਹ ਤੁਹਾਨੂੰ ਸਾਰਾ ਕਰਵਾ ਦਿੱਤਾ ਗਿਆ ਸੀਗਾ। ਗੱਲ ਹੋਊਗੀ ਇਨਫੋਰਮੇਸ਼ਨ ਟੈਕਨੋਲੋਜੀ ਦੀ। ICU ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਦੇਖੋ ਗੱਲ ਇਹ ਹੈ, ਥੋੜ੍ਹਾ ਮੋਟਾ ਕੰਪਿਊਟਰ ਦਾ ਵੀ ਜਿਹੜਾ ਹੈਗਾ ਆਪਾਂ ਨੂੰ ਸਿਲੇਬਸ ਜਿਹੜਾ ਹੈਗਾ ਕਰੀਕੂਲਮ ਦੇ ਵਿੱਚ ਦੇਖਣ ਨੂੰ ਮਿਲੇਗਾ, ਠੀਕ ਹੈ ਜੀ। ਜਿਹੜਾ ਥੋੜ੍ਹੀਆਂ ਜ਼ਿਆਦਾ ਕੰਪਿਊਟਰ ਵਾਈਡ ਏਰੀਆ ਦੇ ਵਿੱਚੋਂ ਨਹੀਂ ਆਉਂਦਾ। ਥੋੜ੍ਹਾ ਮੋਟਾ ਜਿਹੜਾ ਹੈਗਾ ਕੰਪਿਊਟਰ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ ਆਪਾਂ ਨੂੰ ਜ਼ਰੂਰ ਜਿਹੜੀ ਹੈਗੀ ਆ ਪੇਪਰ ਦੇ ਵਿੱਚ 2-4 ਨੰਬਰਾਂ ਦੀ ਜਿਹੜੀ ਹੈਗੀ ਆ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਤਾਂ ICT ਦੀ ਪਹਿਲੀ ਤੀ ਗੱਲ ਇਹ ਹੈ ਕਿ ਤੁਸੀਂ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ। ICT ਦੀ ਫੁੱਲ ਫਾਰਮ ਕੀ ਹੈ? ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜਾ ਹੈਗਾ ਆਪਣਾ ਇਹ ਚੈਪਟਰ ਦਾ ਨਾਂ ਹੈਗਾ। ਇਨਫੋਰਮੇਸ਼ਨ ਕੀ ਹੁੰਦੀ ਹੈ? ਇੱਕ ਜਾਣਕਾਰੀ। ਕਮਿਊਨੀਕੇਸ਼ਨ ਦੋ ਚੀਜ਼ਾਂ ਦੇ ਵਿੱਚ ਜੋ ਕਮਿਊਨੀਕੇਸ਼ਨ ਕੀਤਾ ਜਾਂਦਾ ਹੈਗਾ। ਅਤੇ ਟੈਕਨੋਲੋਜੀ ਦਾ ਮਤਲਬ ਕੀ ਹੁੰਦੀ ਹੈ? ਤਕਨੀਕ। ਦੇਖੋ ਇਨਫੋਰਮੇਸ਼ਨ ਇੱਕ ਬੰਦਾ ਇੱਧਰ ਹੈ ਜੀ, ਇੱਕ ਬੰਦਾ ਇੱਧਰ ਹੈ, ਦੋ ਬੰਦੇ ਆਪਸ ਵਿੱਚ ਗੱਲਾਂ ਕਰ ਰਹੇ ਆ, ਠੀਕ ਹੈ ਜੀ। ਉਹਨੂੰ ਕੀ ਕਿਹਾ ਜਾਂਦਾ ਹੈ? ਕਮਿਊਨੀਕੇਸ਼ਨ ਜਾਂ 2 ਵੇ ਕਮਿਊਨੀਕੇਸ਼ਨ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਜਦੋਂ ਕੋਈ ਗੱਲਬਾਤ ਕਿਸੇ ਟੈਲੀਫੋਨ ਦੇ ਥਰੂ ਜਾਂ ਕਿਸੇ ਮੋਬਾਈਲ ਦੇ ਥਰੂ ਜਾਂ ਕਿਸੇ ਇੱਦਾਂ ਦੀ ਕਮਿਊਨੀਕੇਸ਼ਨ ਡਿਵਾਈਸ ਦੇ ਥਰੂ ਹੁੰਦੀ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ? ਕਮਿਊਨੀਕੇਸ਼ਨ ਟੈਕਨੋਲੋਜੀ ਜਾਂ ਕਮਿਊਨੀਕੇਸ਼ਨ ਹਾਂਜੀ। ਜਿਹੜੀ ਦੋ ਬੰਦਿਆਂ ਦੇ ਵਿੱਚ ਕਮਿਊਨੀਕੇਸ਼ਨ ਹੁੰਦੀ ਹੈ ਜਾਂ ਆਪਾਂ ਉਸ ਬੰਦੇ ਨੂੰ ਕੀ ਕਹਿ ਸਕਦੇ ਹਾਂ? 2 ਵੇ ਕਮਿਊਨੀਕੇਸ਼ਨ ਜਾਂ ਕਮਿਊਨੀਕੇਸ਼ਨ ਟੈਕਨੋਲੋਜੀ ਕਹਿ ਸਕਦੇ ਹਾਂ। ਤਾਂ ਜਿਹੜਾ ਅੱਜ ਆਪਣਾ ਵਾਲਾ ਟੌਪਿਕ ਹੈ ਇਹ ਸਾਰਾ ਟੋਟਲੀ ਜਿਹੜਾ ਹੈਗਾ ਕੰਪਿਊਟਰ ਬੇਸਡ ਹੈਗਾ ਪੂਰਾ। ਇੱਕ ਚੈਪਟਰ ਥੋੜ੍ਹਾ ਜਿਹਾ ਆਊਗਾ ਕੰਪਿਊਟਰ ਦਾ, ਉਹਨੂੰ ਕੰਪਲੀਟ ਕਰਾਂਗੇ। ਅੱਛਾ, ਇਨਫੋਰਮੇਸ਼ਨ ਕੀ ਆ? ਜਾਂ ਤਾਂ ਕੋਈ ਡਾਟਾ ਹੋ ਸਕਦਾ ਜਾਂ ਕੋਈ ਇਨਫੋਰਮੇਸ਼ਨ ਹੋ ਸਕਦੀ ਹੈ। ਡਾਟਾ ਕਿਹਦੀ ਫਾਰਮ ਦੇ ਵਿੱਚ ਹੁੰਦਾ ਜੀ? ਰੋ ਦੀ ਫਾਰਮ ਦੇ ਵਿੱਚ ਹੁੰਦਾ ਹੈਗਾ। ਡਾਟਾ ਕਿਹਦੀ ਫਾਰਮ ਦੇ ਵਿੱਚ ਹੁੰਦਾ ਹੈਗਾ? ਰੋ ਦੀ ਫਾਰਮ ਦੇ ਵਿੱਚ ਹੁੰਦਾ। ਅਤੇ ਇਨਫੋਰਮੇਸ਼ਨ ਕੀ ਦੀ ਹੁੰਦੀ ਹੈ? ਯੂਜ਼ਫੁਲ ਹੁੰਦੀ ਹੈ ਜੀ। ਇਨਫੋਰਮੇਸ਼ਨ ਨੂੰ ਕੀ ਕਹਿ ਸਕਦੇ ਆਪਾਂ? ਯੂਜ਼ਫੁਲ। ਕਮਿਊਨੀਕੇਸ਼ਨ ਕੀ ਹੁੰਦਾ ਹੈਗਾ? ਕਮਿਊਨੀਕੇਸ਼ਨ ਹੁੰਦਾ ਕਿ ਦੋ ਆਦਮੀ ਆਪਸ ਦੇ ਵਿੱਚ ਜੋ ਵੀ ਗੱਲਬਾਤ ਜਾਂ ਕਮਿਊਨੀਕੇਟ ਕਰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਸੰਚਾਰ ਦਾ ਸਾਧਨ ਜਾਂ ਕਮਿਊਨੀਕੇਸ਼ਨ ਬੋਲਿਆ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਹੈ ਕਿ ਟੈਕਨੋਲੋਜੀ, ਤਕਨੀਕ ਕੀ ਹੈ? ਜੋ ਚੀਜ਼ ਇੱਕ ਵਿਅਕਤੀ ਦੁਆਰਾ ਦੂਜੇ ਵਿਅਕਤੀ ਤੱਕ ਜਿਹੜੀ ਹੈਗੀ ਆ ਉਸ ਚੀਜ਼ ਨੂੰ ਪਹੁੰਚਾਇਆ ਜਾਂਦਾ ਜਾਂ ਉਸ ਚੀਜ਼ ਦੇ ਜ਼ਰੀਏ ਗੱਲਬਾਤ ਜਾਂ ਕੋਈ ਸੰਚਾਰ ਤੇ ਜਿਹੜਾ ਹੈਗਾ ਕੀਤਾ ਜਾਂਦਾ ਹੈਗਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈਗਾ ਜੀ? ਟੈਕਨੋਲੋਜੀ ਕਿਹਾ ਜਾਂਦਾ ਹੈਗਾ। ਜਾਂ ਮਨੁੱਖ ਦੁਆਰਾ ਕੋਈ ਚੀਜ਼ ਤਿਆਰ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਟੈਕਨੋਲੋਜੀ ਕਿਹਾ ਜਾਂਦਾ ਹੈਗਾ। ਸਭ ਤੋਂ ਪਹਿਲਾਂ ਜਿਹੜਾ ਆਪਣਾ ਇਹ ਚਾਰਟ ਆਵੇਗਾ, ਇਹ ਚਾਰਟ ਜ਼ਰੂਰ ਬਣਾ ਲਿਓ, ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ? ਆਪਣਾ ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ CPU ਤੁਹਾਨੂੰ ਐਜ਼ ਇਟ ਇਜ਼ ਪੁੱਛ ਲੈਣਗੇ। CPU, ਵਟ ਇਜ਼ ਦਾ CPU ਦੀ ਫੁੱਲ ਫਾਰਮ ਦੱਸੋ ਜੀ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਦੇਖੋ ਇਹ ਥੋੜ੍ਹਾ ਜਿਹਾ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਸੈਸ਼ਨ ਹੋਊਗਾ, ਠੀਕ ਹੈ ਜੀ, ਕਿਉਂਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਤੁਸੀਂ ਇਹਨਾਂ ਨੂੰ ਟਰਾਂਸਲੇਟ ਨਹੀਂ ਕਰ ਸਕਦੇ। ਸੇਮ ਚੀਜ਼ਾਂ ਹੀ ਹੁੰਦੀਆਂ ਨੇ ਪੰਜਾਬੀ 'ਚ, ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਸੇਮ ਚੀਜ਼ਾਂ ਹੀ ਹੋਣਗੀਆਂ, ਠੀਕ ਹੈ ਜੀ।
ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕੰਪਿਊਟਰ ਦਾ ਦਿਮਾਗ ਕਿਹਨੂੰ ਕਹਿੰਦੇ ਆ, ਤਾਂ ਕੰਪਿਊਟਰ ਦਾ ਦਿਮਾਗ ਵੀ ਕਿਹਨੂੰ ਕਹਿੰਦੇ ਆ ਜੀ, CPU ਨੂੰ ਕਹਿੰਦੇ ਆ। ਦਾ ਬ੍ਰੇਨ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਗਾ, CPU ਨੂੰ ਕਿਹਾ ਜਾਂਦਾ ਗਾ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਆਪਣੀ ਇਨਪੁਟ, ਜਿਨ੍ਹਾਂ ਰਾਹੀਂ ਆਪਾਂ ਕੀ ਕਰਦੇ ਆ, ਕੰਪਿਊਟਰ ਨੂੰ ਕੋਈ ਇੰਸਟਰਕਸ਼ਨ ਦਿੰਦੇ ਆ, ਕੋਈ ਕਹਿੰਦੇ ਆ, ਕੋਈ ਗੱਲਬਾਤ ਆਪਣੀ ਰੱਖੀ ਜਾਂਦੀ ਆ। ਜਿਵੇਂ ਮੈਂ ਫੋਰ ਐਗਜ਼ਾਮਪਲ ਕਹਿਣਾ 1+1 ਵੀ ਮੈਂ ਤੁਹਾਨੂੰ ਭਾਈ ਆ ਇਨਪੁਟ ਦੇਤੀ ਹੈ, ਠੀਕ ਹੈ, ਇਹਨੂੰ ਕਿਹਾ ਜਾਂਦਾ ਇਨਪੁਟ। ਜਿਹੜੀਆਂ ਚੀਜ਼ਾਂ ਤੁਸੀਂ ਕੰਪਿਊਟਰ ਨੂੰ ਦੱਸਦੇ ਹੋ ਵੀ ਇਹ ਚੀਜ਼ਾਂ ਦਾ ਸਾਨੂੰ ਕੀ ਆ ਰਿਜ਼ਲਟ ਦੇਵੇ, ਤਾਂ ਉਹਨੂੰ ਕੀ ਚੀਜ਼ਾਂ ਕਹਿ ਸਕਦੇ ਹੋ, ਤੁਸੀਂ ਇਨਪੁਟ ਕਹਿ ਸਕਦੇ ਹੋ। ਤੁਸੀਂ ਕਹਿਤਾ ਵੀ 1+1 ਦਾ ਸਾਨੂੰ ਸਮ ਕਰਕੇ ਦੇ ਦੇ, ਉਹ ਕੀ ਆ, ਤੁਹਾਡੀ ਇੱਕ ਇਨਪੁਟ ਹੈ। ਇਨਪੁਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ, ਇਨਪੁਟ ਦੇ ਵਿੱਚ ਤੁਹਾਡਾ ਕੀਬੋਰਡ ਆਉਂਦਾ ਜੀ, ਮਾਊਸ ਰਾਹੀਂ ਤੁਸੀਂ ਇਨਪੁਟ ਦਿੰਦੇ ਹੋ, ਸਕੈਨਰ ਰਾਹੀਂ ਤੁਸੀਂ ਕੰਪਿਊਟਰ ਨੂੰ ਇਨਪੁਟ ਦਿੰਦੇ ਹੋ, ਬਾਰਕੋਡਰ ਹੁੰਦਾ ਹੈਗਾ, ਮੈਕ ਰਾਹੀਂ ਤੁਸੀਂ ਕੀ ਕਰਦੇ ਹੋ, ਇਨਪੁਟ ਦਿੰਦੇ ਹੋ। ਹੁਣ ਮੈਂ ਤੁਹਾਨੂੰ ਇਨਪੁਟ ਦੇ ਰਿਹਾ, ਠੀਕ ਹੈ ਜੀ, ਇਨਪੁਟ ਦੇ ਰਿਹਾ, ਠੀਕ ਹੈ, ਮੈਂ ਬੋਲ ਰਿਹਾ ਤੁਹਾਨੂੰ, ਠੀਕ ਹੈ ਜੀ। ਉਹ ਮੈਕ ਰਾਹੀਂ ਤਾਂ ਮੇਰੀ ਆਵਾਜ਼ ਜਿਹੜੀ ਹੈਗੀ ਆ ਮੈਕ ਰਾਹੀਂ PC ਦੇ ਵਿੱਚ ਜਾ ਰਹੀ ਹੈ ਜਾਂ ਫੋਨ ਦੇ ਵਿੱਚ ਜਾ ਰਹੀ ਹੈ, ਤਾਂ ਉਹ ਕੀ ਹੈ, ਇੱਕ ਇਨਪੁਟ ਹੈਗੀ। ਤਾਂ ਇਨਪੁਟ ਕੀ ਕਰਦੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਜਾਂਦੀ ਹੈ, ਪ੍ਰੋਸੈਸਿੰਗ ਕਰਦਾ, ਪ੍ਰੋਸੈਸਿੰਗ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਹੁੰਦਾ ਉਹ ਕਿਹਦੇ ਥਰੂ ਬਾਹਰ ਆ ਜਾਂਦਾ ਜੀ, ਆਊਟਪੁੱਟ ਦੇ ਥਰੂ ਬਾਹਰ ਆ ਜਾਂਦਾ। ਹੁਣ ਗੱਲ ਕੀ ਹੁੰਦੀ ਹੈ, ਉਸ ਤੋਂ ਬਾਅਦ ਹੈ ਜੀ ਮੈਮਰੀ। ਮੈਮਰੀ ਫੈਚ ਵੀ ਕਰਦੀ ਆ ਤੇ ਡੀਫੈਚ ਵੀ ਕਰਦੀ ਆ। ਮੈਮਰੀ ਕੁਝ ਚੀਜ਼ਾਂ ਲੈਂਦੀ ਵੀ ਆ, ਸਟੋਰ ਵੀ ਕਰਦੀ ਆ, ਤੇ ਕੁਝ ਚੀਜ਼ਾਂ ਮੈਮਰੀ ਦੇ ਵਿੱਚੋਂ ਆਪਾਂ ਬਾਹਰ ਵੀ ਕੱਢ ਸਕਦੇ ਆ। ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਰੈਮ ਜਿਹੜੀ ਮੇਨਲੀ ਜਿਹੜੀ ਆ ਦੋ ਤਰ੍ਹਾਂ ਦੀ ਹੁੰਦੀ ਹੈ। ਵੈਸੇ ਇੱਕ ਜਿਹੜੀ ਹੈਗੀ ਆ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਮੈਂ ਦੱਸੀ ਹੋਈ ਹੈ, ਤਿੰਨ ਤਰ੍ਹਾਂ ਦੀ ਵੈਸੇ ਮੈਮਰੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸਟੋਰੇਜ ਜ਼ਿਆਦਾ ਹੁੰਦੀ ਹੈ ਜਿਹੜੇ ਦੀ। ਪਹਿਲੀ ਕੀ ਹੈ ਕਿ ਰੈਮ ਰੈਂਡਮ ਅਸੈਸ ਮੈਮਰੀ, ਠੀਕ ਹੈ ਜੀ, ਇਹਨੂੰ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਦੇ ਨਾਲ ਵੀ ਜਾਣਿਆ ਜਾਂਦਾ। ਇਹਨਾਂ ਦੋਨਾਂ ਨੂੰ, ਰੈਮ ਤੇ ਰੋਮ ਨੂੰ। ਜਿਹੜੀ ਰੈਮ ਹੈ ਰੈਂਡਮ ਅਸੈਸ ਮੈਮਰੀ ਹੁੰਦੀ ਹੈ ਜੀ, ਰੋਮ ਕੀ ਹੁੰਦੀ ਹੈ, ਰੀਡ ਓਨਲੀ ਮੈਮਰੀ ਹੁੰਦੀ ਆ, ਠੀਕ ਹੈ ਜੀ। ਇਹ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਆ ਜਾਂਦੀਆਂ ਨੇ ਜੀ। ਇਹ ਕੀ ਆ ਜਾਂਦੀਆਂ ਨੇ, ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਆ ਜਾਂਦੀਆਂ ਨੇ, ਠੀਕ ਹੈ। ਇੱਕ ਵੋਲਾਟਾਈਲ ਹੁੰਦੀ ਹੈ, ਇੱਕ ਨਾਨ ਵੋਲਾਟਾਈਲ ਮੈਮਰੀ ਹੁੰਦੀ ਹੈਗੀ। ਇਹ ਇੰਨਾ ਜ਼ਿਆਦਾ ਡੀਪਲੀ ਦੇ ਵਿੱਚ ਤੁਹਾਨੂੰ ਨਹੀਂ ਆਵੇਗਾ, ਆਪਾਂ ਥੋੜਾ ਜਿਹੜਾ ਜਿੰਨਾ ਕੁ ਇਹ ਪੇਪਰ ਦੇ ਵਿੱਚ ਪਾ ਸਕਦੇ ਆਪਾਂ ਉਸੇ ਦੇ ਹਿਸਾਬ ਨਾਲ ਹੀ ਕਰਨਾ, ਕਿਉਂਕਿ ਕੰਪਿਊਟਰ ਦਾ ਜਿਹੜਾ ਸਿਲੇਬਸ ਆ ਬਹੁਤ ਜ਼ਿਆਦਾ ਵਾਈਡ ਹੈ। ਜੇ ਆਪਾਂ ਕਰਨ ਲੱਗ ਜਾਈਏ ਤਾਂ ਉਦੋਂ ਤੱਕ ਨਹੀਂ ਹੋਣਾ। ਜਿਹੜੀਆਂ ਮੇਨ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਹੈ ਜੀ ਹਾਰਡ ਡਿਸਕ। ਹਾਰਡ ਡਿਸਕ ਕੀ ਹੁੰਦੀ ਹੈ, ਜਿੱਥੇ ਤੁਸੀਂ ਡਾਟੇ ਨੂੰ ਜ਼ਿਆਦਾਤਰ ਸਟੋਰ ਕਰਕੇ ਰੱਖਦੇ ਹੋ, ਜਿੱਥੇ ਡਾਟਾ ਨੂੰ ਕਾਫੀ ਟਾਈਮ ਤੱਕ ਜਿੰਨਾ ਵੀ ਡਾਟਾ ਤੁਸੀਂ ਸਟੋਰੇਜ ਕਰ ਸਕਦੇ ਹੋ, ਉਹਨੂੰ ਕੀ ਕਿਹਾ ਜਾਂਦਾ, ਹਾਰਡ ਡਿਸਕ। ਹਾਰਡ ਡਿਸਕ ਦੀ ਜਿਹੜੀ ਫੁੱਲ ਫਾਰਮ ਹੈ ਉਹ ਕੀ ਹੈ ਜੀ, ਹਾਰਡ ਡਿਸਕ ਡਰਾਈਵ। ਤਾਂ ਜ਼ਰੂਰ ਯਾਦ ਰੱਖਿਓ, ਹਾਰਡ ਡਿਸਕ ਡਰਾਈਵ। ਤੁਹਾਨੂੰ ਮੋਸਟ ਪੇਪਰ ਦੇ ਵਿੱਚ ਕੋਈ ਵੀ ਗਵਰਨਮੈਂਟ ਐਗਜ਼ਾਮ ਹੈ, ਸਭ ਤੋਂ ਜ਼ਿਆਦਾ ਪੁੱਛੀਆਂ ਜਾਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ, ਰੈਮ ਹੈ ਜੀ, ਰੋਮ ਹੈ। ਕੰਪਿਊਟਰ ਦਾ ਦਿਮਾਗ ਕਿਸ ਨੂੰ ਕਹਿੰਦੇ ਨੇ, ਠੀਕ ਹੈ ਜੀ, CPU ਨੂੰ। ਤਾਂ CPU ਦੀ ਫੁੱਲ ਫਾਰਮ, ਠੀਕ ਹੈ ਜੀ। ਕੰਟਰੋਲ ਯੂਨਿਟ ਕੀ ਹੁੰਦਾ, ਜਿੰਨੀਆਂ ਵੀ ਪ੍ਰੋਸੈਸ ਨੇ ਉਹਨਾਂ ਨੂੰ ਸਾਰੀਆਂ ਨੂੰ ਕੰਟਰੋਲ ਕਰਕੇ ਰੱਖਣਾ। ਇੱਕ ਬੱਸ ਚਲਾਉਂਦਾ ਹੈਗਾ, ਬੱਸ ਨੂੰ ਚਲਾਉਣ ਤੇ ਕੰਟਰੋਲ ਕੌਣ ਕਰਕੇ ਰੱਖਦਾ ਹੈ, ਇੱਕ ਡਰਾਈਵਰ ਕਰਕੇ ਰੱਖਦਾ ਜੀ। ਉਸੇ ਤਰ੍ਹਾਂ ਹੀ ਸਾਰੇ ਕੰਪਿਊਟਰ ਨੂੰ ਕੀ ਕਰਕੇ ਰੱਖਦਾ ਹੈ, ਕੰਟਰੋਲ। ਜਿੰਨੀਆਂ ਵੀ ਪ੍ਰੋਸੈਸ ਕੰਪਿਊਟਰ ਦੇ ਵਿੱਚ ਵਰਕਿੰਗ ਕਰਦੀਆਂ ਨੇ ਜਾਂ ਕੰਮ ਕਰਦੀਆਂ ਨੇ, ਉਹਨਾਂ ਸਾਰਿਆਂ ਨੂੰ ਕੰਟਰੋਲ ਕਰਕੇ ਰੱਖਣਾ ਕਿਹਦਾ ਕੰਮ ਹੈਗਾ, ਕੰਟਰੋਲ ਯੂਨਿਟ ਦਾ ਕੰਮ ਹੈ। ਫਾਈਨਲੀ ਕੀ ਹੁੰਦਾ ਹੈਗਾ, ਆਊਟਪੁੱਟ ਕਿਹੜੀਆਂ ਹੁੰਦੀਆਂ ਨੇ, ਮੋਨੀਟਰ, ਸਪੀਕਰ, ਜਿੰਨੀਆਂ ਵੀ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ, ਆਊਟਪੁੱਟ ਡਿਵਾਈਸ ਹੁੰਦੀਆਂ ਨੇ ਜੀ। ਉਦੋਂ ਬਾਅਦ ਕੀ ਹੈ ਕਿ ਆਊਟਪੁੱਟ ਡਿਵਾਈਸ ਤੁਹਾਡੇ ਨਾਲ ਹੋਰ ਵੀ ਮੈਂ ਥੋੜ੍ਹੀਆਂ ਜਿਹੀਆਂ ਡਿਸਕਸ ਕਰ ਲੈਣਾ ਹੈਗਾ, ਜਿਹੜੀਆਂ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛੀਆਂ ਜਾਣ ਵਾਲੀਆਂ ਨੇ ਜੀ। ਤਾਂ ਉਹਨਾਂ ਦੇ ਵਿੱਚ ਆਉਂਦੀ ਹੈ ਇੱਕ LED। ਆਪਾਂ ਆਮ ਤੌਰ ਤੇ ਦੇਖਦੇ ਹਾਂ, ਉਹਦੀ ਫੁੱਲ ਫਾਰਮ ਕੀ ਹੈ, ਲਾਈਟ ਇਮਿਟਿੰਗ ਡਾਇਓਡ। ਲਾਈਟ ਇਮਿਟਿੰਗ ਡਾਇਓਡ, LED ਆਪਣੇ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੱਗੀ ਹੁੰਦੀ ਹੈ। ਲਿਕੁਇਡ ਕ੍ਰਿਸਟਲ ਡਿਸਪਲੇ, ਲਿਕੁਇਡ ਕ੍ਰਿਸਟਲ ਡਿਸਪਲੇ ਐਜ਼ ਇਟ ਇਜ਼। ਤੁਹਾਨੂੰ ਨਾਮ ਜ਼ਰੂਰ ਯਾਦ ਰੱਖਣੇ ਪੈਣਗੇ, ਕਿਉਂਕਿ ਇਦਾਂ ਹੀ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਬਹੁਤ ਵਾਰ ਹਰ ਇੱਕ ਪੇਪਰ ਦੇ, ਪੰਜਾਬ ਦੇ ਹਰ ਇੱਕ ਪੇਪਰ ਦੇ ਵਿੱਚ ਪੁੱਛੇ ਗਏ ਨੇ ਇਦਾਂ ਦੇ ਸਾਰੇ ਸਵਾਲ। VCR ਪਹਿਲਾਂ ਹੁੰਦੇ ਸੀਗੇ ਜੀ, VCR ਆਪਣੇ ਵੀਡੀਓ ਕੈਸਟੇਜ ਰਿਕਾਰਡਰ। ਦੇਖੋ ਆਪਾਂ ਕਾਫੀ ਸਾਰੀ ਇਦਾਂ ਦੀ ਮੈਂ ਤੁਹਾਨੂੰ ਬਣਾ ਕੇ ਦਿਖਾਉਣਾਗਾ, ਇਦਾਂ ਦੀ ਕੈਸਟ ਹੁੰਦੀ ਸੀ, ਠੀਕ ਹੈ ਜੀ, ਇਦਾਂ ਦੀ ਕੈਸਟ ਹੁੰਦੀ ਸੀ ਤੇ ਉਹਦੇ ਉੱਪਰ ਕੀ ਸੀਗੀ, ਇੱਕ ਰੀਲ ਲਪੇਟੀ ਹੁੰਦੀ ਸੀਗੀ, ਠੀਕ ਹੈ ਜੀ। ਇਦਾਂ ਦੀ ਇੱਕ ਕੈਸਟ ਹੁੰਦੀ ਸੀ। ਤਾਂ ਇੱਥੇ ਇੱਕ ਰੀਡਰ ਲੱਗਦਾ ਹੁੰਦਾ ਸੀ, ਉਹ ਜਿਹੜਾ ਰੀਡਰ ਦੇ ਸਾਹਮਣੇ ਦੀ ਜਿਹੜੀ ਜਦੋਂ ਰੀਲ ਗੁਜ਼ਰਦੀ ਸੀ ਤਾਂ ਉਹਦੀਆਂ ਪਿਕਚਰਾਂ ਨੂੰ, ਉਹਦੀ ਆਡੀਓ ਨੂੰ, ਉਹਦੀ ਵੀਡੀਓ ਨੂੰ ਕੈਪਚਰ ਕਰ ਲੈਂਦਾ ਸੀ। ਤਾਂ ਉਹ ਕੀ ਕਰਦਾ ਸੀਗਾ, ਇੱਕ TV ਦੁਆਰਾ ਆਪਾਂ ਨੂੰ
ਜਿਹੜਾ ਹੈਗਾ ਸ਼ੋਅ ਕਰ ਦਿੰਦਾ ਸੀਗਾ। ਤਾਂ VCR ਪਹਿਲਾਂ ਚੱਲਦੇ ਸੀ, ਪਰ ਆਪਾਂ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ। ਵੀਡੀਓ ਕੈਸੇਟ ਰਿਕਾਰਡਰ, VCD ਵੀਡੀਓ ਕੰਪੈਕਟ ਡਿਸਕ, CD ਕੰਪੈਕਟ ਡਿਸਕ ਜਿਹਦੀ ਫੁੱਲ ਫਾਰਮ ਹੈ ਜੀ। ਅੱਗੇ ਕੀ ਹੈ, ਅੱਗੇ ਤੁਹਾਡਾ DVD ਡਿਜੀਟਲ ਵਰਚੁਅਲ ਡਿਸਕ, CRT ਕੈਥੋਡ ਰੇ ਟਿਊਬ। ਹੁਣ ਤੁਸੀਂ ਇੱਥੇ ਉਲਝ ਗਏ ਹੋਵੋਗੇ ਵੀ ਕੈਥੋਡ ਰੇ ਟਿਊਬ ਕੀ ਹੁੰਦੀ ਹੈ। ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਪਹਿਲਾਂ ਆਪਣੇ TV ਹੁੰਦੇ ਸੀ ਉਹ ਇਦਾਂ ਦੇ ਹੁੰਦੇ ਸੀਗੇ, ਠੀਕ ਹੈ ਜੀ। ਉਹ ਇਦਾਂ ਦੇ TV ਹੁੰਦੇ ਸੀ। ਆਹ ਸਕਰੀਨ ਹੁੰਦੀ ਸੀ, ਇਹਦੇ ਵਿੱਚ ਇੱਕ ਟਿਊਬ ਲੱਗੀ ਹੁੰਦੀ ਸੀ ਜਿਹਨੂੰ ਕੀ ਕਿਹਾ ਜਾਂਦਾ ਸੀਗਾ, ਕੈਥੋਡਿਕ ਰੇ ਟਿਊਬ, ਠੀਕ ਹੈ ਜੀ। ਪਹਿਲਾਂ ਜਿਹੜਾ ਜ਼ਿਆਦਾ ਪਿੱਛੇ ਜੇ ਉਹਨਾਂ ਦਾ ਬੈਕ ਜਿਹੜੀ ਹੈਗੀ ਆ TV ਦੀ ਜ਼ਿਆਦਾ ਨਿਕਲੀ ਹੁੰਦੀ ਸੀ ਨਾ, ਤਾਂ ਮੋਨੀਟਰ ਜ਼ਿਆਦਾ ਆਉਂਦੇ ਸੀਗੇ। TV ਵੀ ਪੁਰਾਣੇ ਤੁਸੀਂ ਦੇਖੇ ਹੋਣਗੇ, ਬਲੈਕ ਐਂਡ ਵਾਈਟ ਜਿਹੜੇ TV ਸੀਗੇ, ਕਲਰਡ TV ਵੀ ਇਦਾਂ ਦੇ ਆਉਂਦੇ ਸੀਗੇ। ਤਾਂ ਉਹ ਸਾਰੇ ਕੈਥੋਡ ਰੇ ਟਿਊਬ ਉਹਨਾਂ ਦੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਸੀ। ਤਾਂ ਇਹਨਾਂ ਦੀਆਂ ਜਿੰਨੀਆਂ ਕਿ ਆਈਆਂ ਫੁੱਲ ਫਾਰਮਾਂ ਜ਼ਰੂਰ ਯਾਦ ਰੱਖਿਓ। ਅੱਛਾ, ਰੋਲ ਕੀ ਹੈ ਕਿ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਅੰਦਰ ICT ਦਾ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਕੀ ਰੋਲ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੀਆਂ ਕੰਮ ਆ ਸਕਦੀਆਂ ਨੇ। ICT ਰਾਹੀਂ ਕੀ ਕਰ ਸਕਦੇ ਹਾਂ, ਰੇਡੀਓ ਰਾਹੀਂ ਵੀ ਕੀ ਕੀਤਾ ਜਾਂਦਾ ਹੈਗਾ, ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟੈਲੀਵਿਜ਼ਨ ਰਾਹੀਂ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈਗਾ। ਫਿਲਮ ਰਾਹੀਂ ਵੀ ਕੀ ਕੀਤਾ ਜਾਂਦਾ ਹੈਗਾ, ICT ਦੇ ਯੂਜ਼ ਕੀਤਾ ਜਾਂਦਾ ਹੈਗਾ, ਪ੍ਰਯੋਗ ਕੀਤਾ ਜਾਂਦਾ ਹੈਗਾ। ਵੀਡੀਓ ਕਲਾਸਿਸ ਲੱਗਦੀਆਂ ਨੇ। ਸਾਈਟ ਦੀ ਮੈਂ ਤੁਹਾਨੂੰ ਫੁੱਲ ਫਾਰਮ ਦੱਸਦਾ ਕਿ ਸੈਟੇਲਾਈਟ ਇੰਸਟਰਕਸ਼ਨ ਟੈਲੀਵਿਜ਼ਨ ਐਕਸਪਰਟ। ਸਾਈਟ ਦੀ ਜਿਹੜੀ ਫੁੱਲ ਫਾਰਮ ਹੈ ਸੈਟੇਲਾਈਟ ਇੰਸਟਰਕਸ਼ਨ ਟੈਲੀਵਿਜ਼ਨ ਐਕਸਪਰਟ। ਇਹ ਜਿਹੜਾ ਹੈਗਾ ਜੀ ਅਗਸਤ 1975 ਦੇ ਵਿੱਚ ਲਾਂਚ ਕੀਤੀ ਗਈ ਸੀ ਤੇ 1976 ਦੇ ਵਿੱਚ ਇਹਨਾਂ ਨੂੰ 23,000 ਅਧਿਆਪਕਾਂ ਨੂੰ ਇਹਦੇ ਦੁਆਰਾ ਕੀ ਕੀਤਾ ਗਿਆ ਸੀਗਾ, ਟ੍ਰੇਨਿੰਗ ਦਿੱਤੀ ਗਈ ਸੀਗੀ। ਤਾਂ ਜ਼ਰੂਰ ਯਾਦ ਰੱਖਣਾ, ਵੈਰੀ ਇੰਪੋਰਟੈਂਟ ਪੁਆਇੰਟ ਬਣ ਸਕਦਾ ਇੱਥੋਂ ਕਿ 1976 ਦੇ ਵਿੱਚ 23,000 ਟੀਚਰਾਂ ਨੂੰ ਇਹਦੇ ਦੁਆਰਾ ਕੀ ਕੀਤਾ ਗਿਆ ਸੀਗਾ, ਸਾਈਟ ਦੁਆਰਾ ਟ੍ਰੇਨਿੰਗ ਦਿੱਤੀ ਗਈ ਸੀ ਸਾਰੇ ਅਧਿਆਪਕਾਂ ਨੂੰ। ਤਾਂ ਉਸ ਤੋਂ ਬਾਅਦ ਕੀ ਹੈ ਜੀ, ਇੰਸਟਾ ਦੇ ਮਤਲਬ ਕਿ ਇੰਡੀਅਨ ਨੈਸ਼ਨਲ ਸੈਟੇਲਾਈਟ। ਇਹ 1983 ਦੇ ਵਿੱਚ ਲਾਂਚ ਕੀਤੀ ਗਈ ਸੀ ਤੇ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਨੂੰ ਸਿੱਖਿਆ ਅੰਦਰ ਜਿਹੜਾ ਹੈਗਾ ਲਾਗੂ ਕਰਨ ਲਈ ਇਹਦੀ ਪ੍ਰਯੋਗ ਜਿਹੜਾ ਹੈਗਾ ਕੀਤਾ ਗਿਆ ਸੀਗਾ। ਜਿੰਨਾ ਵੀ ਲਾਈਵ ਕਮਿਊਨੀਕੇਸ਼ਨ ਕੀਤਾ ਜਾਂਦਾ ਸੀਗਾ ਉਹ ਇੰਡੀਅਨ ਸੈਟੇਲਾਈਟ, ਇੱਕ ਸੈਟੇਲਾਈਟ ਜਿਹੜਾ ਅੰਤਰਿਕਸ਼ ਦੇ ਵਿੱਚ ਭੇਜਿਆ ਜਾਂਦਾ ਸੀ। ਉਸ ਤੋਂ ਬਾਅਦ ਕੀ ਹੈਗਾ, ਉਹਦੇ ਦੁਆਰਾ ਕੀ ਕੀਤਾ ਜਾਂਦਾ ਸੀਗਾ, ਕਮਿਊਨੀਕੇਸ਼ਨ ਕੀਤਾ ਜਾਂਦਾ ਸੀ। ਇਹਨਾਂ ਸਾਰੀਆਂ ਚੀਜ਼ਾਂ ਦੀ ਮਦਦ ਨਾਲ ਕੀ ਕੀਤਾ ਜਾਂਦਾ, ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕੀਤੀ ਜਾਂਦੀ ਸੀ। ਰੇਡੀਓ ਰਾਹੀਂ, ਟੈਲੀਵਿਜ਼ਨ ਰਾਹੀਂ, ਫਿਲਮ ਰਾਹੀਂ, ਵੀਡੀਓ ਕਲਾਸਿਸ ਰਾਹੀਂ, ਠੀਕ ਹੈ ਜੀ, ਸਾਈਟ ਰਾਹੀਂ, ਸਾਰੀਆਂ ਚੀਜ਼ਾਂ ਨਾਲ ਹੀ ਕੀ ਕੀਤਾ ਜਾਂਦਾ ਸੀਗਾ, ਬੱਚਿਆਂ ਨੂੰ ਸਿੱਖਿਆ ਜਿਹੜੀ ਹੈਗੀ ਆ ਪ੍ਰੋਵਾਈਡ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਹੈ ਕਿ ICT ਨੂੰ ਸਿੱਖਿਆ ਅੰਦਰ ਲਾਗੂ ਕਰਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਰਹੀਆਂ ਸੀਗੀਆਂ, ਕਿਹੜੀਆਂ ਜਿਹੜੀਆਂ ਹੈਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਵਿੱਚੋਂ ਮਿਲੀਆਂ ਸੀ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਸੀਗਾ ਕਿ ICT ਰਾਹੀਂ ਐਜੂਕੇਸ਼ਨ ਫॉर ਆਲ ਮਾਸ। ਇਹ ਇਦਾਂ ਦੇ ਏਰੀਏ ਜਿੱਥੇ ਪਛੜੇ ਵਰਗ ਦੇ ਲੋਕ ਰਹਿੰਦੇ ਸੀ, ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਲਾਈਵ ਕਲਾਸਾਂ ਦੇ ਕੇ ਬੱਚਿਆਂ ਨੂੰ ਸਿੱਖਿਆ ਜਿਹੜੀ ਹੈਗੀ ਆ ਹਾਸਲ ਕਰਵਾਈ ਜਾਂਦੀ ਸੀ। ਕਹਿਣ ਦਾ ਮਤਲਬ ਕੀ ਹੈ, ਉਹ ਬੱਚੇ ਜਿਹੜੇ ਪਛੜੇ ਵਰਗ, ਠੀਕ ਹੈ ਜੀ, ਪਛੜੇ ਵਰਗ ਜਿਹੜੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਨ ਦੇ ਵਾਸਤੇ ਲਾਈਵ ਟੈਲੀਕਾਸਟ ਕੀਤਾ ਜਾਂਦਾ ਸੀ। ਲਾਈਵ ਟੈਲੀਕਾਸਟ ਰਾਹੀਂ ਕੀ ਕੀਤਾ ਜਾਂਦਾ ਸੀਗਾ ਕਿ ਬੱਚਿਆਂ ਨੂੰ ਇਨਫੋਰਮੇਸ਼ਨ ਜਾਂ ਬੱਚਿਆਂ ਨੂੰ ਸਟੱਡੀ ਕਰਵਾਈ ਜਾਂਦੀ ਸੀ ਲਾਈਵ ਟੈਲੀਕਾਸਟ ਰਾਹੀਂ। ਤਾਂ ਐਜੂਕੇਸ਼ਨ ਸਾਰਿਆਂ ਵਾਸਤੇ ਬਹੁਤ ਹੀ ਜ਼ਰੂਰੀ ਸੀਗਾ ਕਿ ਇਸ ਰਾਹੀਂ ਕੀ ਕੀਤਾ ਜਾਂਦਾ ਸੀਗਾ, ਹਰ ਇੱਕ ਬੱਚੇ ਨੂੰ ਕੀ ਹੈ ਸਿੱਖਿਆ ਪ੍ਰੋਵਾਈਡ ਕੀਤੀ ਜਾਵੇ। ਦੂਸਰਾ ਕੀ ਸੀਗਾ ਕਿ IC ਇਨਹਾਂਸ ਲਰਨਿੰਗ। ਕਹਿਣ ਦਾ ਮਤਲਬ ਕੀ ਹੈ ਕਿ ਬੱਚਿਆਂ ਨੂੰ ਜਦੋਂ ਲਾਈਵ ਟੈਲੀਕਾਸਟ ਨਾਲ ਬੱਚਾ ਜ਼ਿਆਦਾ ਸਿੱਖਦਾ ਸੀ, ਬੱਚੇ ਦੇ ਵਿੱਚ ਸਿੱਖਣ ਦੀ ਜਿਗਿਆਸਾ ਜਿਹੜੀ ਹੈਗੀ ਆ ਜ਼ਿਆਦਾ ਹੁੰਦੀ ਸੀ, ਤਾਂ ਇਸ ਕਰਕੇ ਕੀ ਕੀਤਾ ਜਾਂਦਾ ਸੀਗਾ, ਬੱਚੇ ਨੂੰ ਲਾਈਵ ਟੈਲੀਕਾਸਟ ਰਾਹੀਂ ਕੀ ਕੀਤਾ ਜਾਂਦਾ ਸੀ, ਜੋੜਿਆ ਜਾਂਦਾ ਸੀ ਕਿ ਬੱਚੇ ਦੀ, ਤਾਂ ਜੋ ਬੱਚਾ ਹਰ ਇੱਕ ਚੀਜ਼ ਨੂੰ ਯਾਦ ਕਰਨ ਦੀ ਸਮਰੱਥਾ ਵੱਧ ਸਕੇ। ਉਸ ਤੋਂ ਬਾਅਦ ਹੈ ਜੀ ICT ਮੋਟੀਵੇਟ ਲਰਨਿੰਗ। ICT ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਰਾਹੀਂ ਬੱਚੇ ਨੂੰ ਮੋਟੀਵੇਟ, ਉਤਸ਼ਾਹਿਤ ਕੀਤਾ ਜਾ ਸਕਦਾ ਸੀ ਤਾਂ ਜੋ ਬੱਚੇ ਦੀ ਸਿੱਖਣ ਦੀ ਜਿਗਿਆਸਾ ਨੂੰ ਹੋਰ ਵਧਾ ਸਕੀਏ। ਦੇਖੋ ਕਹਿਣ ਦਾ ਮਤਲਬ ਕੀ ਹੈ
ਕਿ ਇੱਕ ਬੱਚਾ ਜਿਹੜਾ ਹੈਗਾ ਉਸ ਨੂੰ ਇੱਕ ਪਿਕਚਰ ਦੇ ਨਾਲ ਆਪਾਂ ਜ਼ਿਆਦਾ ਉਹਦੀ ਜਿਹੜੀ ਹੈਗੀ ਆ ਮੈਮਰੀ ਦੀ ਕੰਪੈਸਿਟੀ ਨੂੰ ਵਧਾ ਸਕਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮੋਟੀਵੇਟ ਕਰਦੀਆਂ ਸੀ ਜਿਹੜੀਆਂ ਚੀਜ਼ਾਂ ਬੱਚੇ ਨੂੰ ਸਿੱਖਣ ਦੇ ਵਿੱਚ ਦੀ ਜਿਗਿਆਸਾ ਨੂੰ ਵਧਾ ਸਕਣ। ਉਸ ਤੋਂ ਬਾਅਦ ਹੈ ਕਿ ICT ਇਨਵੋਲਵਮੈਂਟ ਇੰਗੇਜਮੈਂਟ। ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਦੀ ਸਿੱਖਣ ਦੀ ਜਿਗਿਆਸਾ ਨੂੰ ਵਧਾਉਣ ਦੇ ਲਈ ਬੱਚੇ ਨੂੰ ਮੋਬਾਈਲ ਫੋਨ ਦੀ ਵਰਤੋਂ ਦਾ ਜ਼ਿਆਦਾ ਕਰਵਾਈ ਜਾਂਦੀ ਸੀ, ਜ਼ਿਆਦਾ ਕਰਦਾ ਸੀਗਾ ਬੱਚਾ। ਕਹਿਣ ਦਾ ਮਤਲਬ ਕੀ ਹੈ, ਤੁਸੀਂ ਬੱਚੇ ਨੂੰ, ਛੋਟੇ ਬੱਚੇ ਨੂੰ, ਇੱਕ ਗੱਲ ਹੋਰ ਹੈ ਕਿ ਬੱਚਾ ਬਹੁਤ ਸਾਰਾ ਜਿਹੜਾ ਬੱਚਾ ਜ਼ਿਆਦਾ ਜਿੱਦੀ ਹੁੰਦਾ ਹੈਗਾ ਜਾਂ ਜ਼ਿਆਦਾ ਬੱਚਾ ਰੋ ਰਿਹਾ ਹੈਗਾ, ਉਹਨੂੰ ਵਰਾਉਣ ਦਾ ਇੱਕ ਹੀ ਉਪਾਅ ਹੈ, ਇੱਕ ਹੀ ਤਰੀਕਾ, ਉਹਦੇ ਹੱਥ ਦੇ ਵਿੱਚ ਫੋਨ ਫੜਾ ਦਿਓ, ਉਹ ਨਾਲ ਦੀ ਨਾਲ ਚੁੱਪ ਕਰ ਜੂਗਾ। ਕਿਉਂਕਿ ਬੱਚਾ ਉਸ ਦੇ ਵਿੱਚੋਂ ਬਹੁਤ ਚੀਜ਼ਾਂ ਨੂੰ ਜਿਹੜਾ ਹੈਗਾ ਸਿੱਖਦਾ ਹੈਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਇਨਵੋਲਵਮੈਂਟ, ਜਿਹੜੀ ਅੰਗੇਜਮੈਂਟ ਜਿਹੜੀ ਹੈਗੀ ਹੈ ਫੋਨ ਦੇ ਰਾਹੀਂ ਬੱਚੇ ਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਟੱਚਿੰਗ ਹੁੰਦੀ ਹੈ। ਤਾਂ ਇਸ ਚੀਜ਼ਾਂ ਨਾਲ ਬਹੁਤ ਚੀਜ਼ਾਂ ਨੂੰ ਸਿੱਖਣ ਦੀ ਜਿਗਿਆਸਾ ਰੱਖਦਾ ਹੈਗਾ ਬੱਚਾ। ICT ਟਾਈਮ ਸੇਵਿੰਗ, ਇਹ ICT ਰਾਹੀਂ ਕੀ ਕੀਤਾ ਸੀਗਾ, ਇੱਕ ਟਾਈਮ ਸੇਵਿੰਗ ਸਿਸਟਮ ਹੈ। ਹਰ ਇੱਕ ਬੰਦਾ ਕੀ ਕੀਤਾ, 5 ਘੰਟਿਆਂ ਦੀ ਕਲਾਸ ਹੁੰਦੀ ਹੈ ਤਾਂ ਬੰਦਾ ਕੀ ਕਰ ਸਕਦਾ, 1 ਘੰਟੇ ਦੇ ਵਿੱਚ ਪੂਰੀ ਕਰ ਸਕਦਾ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਰਾਹੀਂ। ਇੱਕ ਚੀਜ਼ਾਂ ਹੁੰਦੀਆਂ ਨੇ, ਮੈਂ ਦੇਖੋ ਇਦਾਂ ਲੈਕਚਰ ਦੇ ਰਿਹਾ ਹੈਗਾ, ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਲਿਖੀ ਹੋਈ ਹੈ, ਮੈਂ ਤੁਹਾਨੂੰ ਇੱਕ ਬੋਲ ਕੇ ਸਮਝਾ ਰਿਹਾ, ਠੀਕ ਹੈ। ਇਹੀ ਲੈਕਚਰ ਜੇ ਜਦੋਂ ਮੈਂ ਲਾਈਵ ਦਿੰਦਾ ਹੈਗਾ, ਲਾਈਵ ਦਾ ਮਤਲਬ ਕੀ ਹੈ, ਆਫਲਾਈਨ ਜਦੋਂ ਸਾਡੀਆਂ ਕਲਾਸਾਂ ਸਟਾਰਟ ਹੁੰਦੀਆਂ ਨੇ ਤਾਂ ਇਹੀ ਲੈਕਚਰ ਘੱਟੋ ਘੱਟ 2 ਘੰਟਿਆਂ ਦਾ ਚਲਾ ਜਾਂਦਾ ਹੈ। ਹੁਣ 35-40 ਮਿੰਟਾਂ ਦਾ ਲੈਕਚਰ ਘੱਟੋ ਘੱਟ 2 ਘੰਟਿਆਂ ਦੇ ਵਿੱਚ ਚਲਾ ਜਾਊਗਾ, ਕਿਉਂਕਿ ਕੱਲੀ ਚੀਜ਼ ਮੈਨੂੰ ਬਲੈਕ ਬੋਰਡ ਦੇ ਉੱਪਰ ਐਕਸਪਲੇਨ ਕਰਨੀ ਪੈਂਦੀ ਹੈ। ਤਾਂ ਇਸੇ ਚੀਜ਼ਾਂ ਕਰਕੇ ਕੀ ਸੀਗਾ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਕੀ ਸੀਗਾ, ਇੱਕ ਟਾਈਮ ਸੇਵਿੰਗ ਹੈ ਜੀ। ਉਸ ਤੋਂ ਬਾਅਦ ਹੈ ਕਿ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਰੀਕ੍ਰੀਏਸ਼ਨ ਜਿਹੜੀ ਹੈਗੀ ਆ ਵੈਲਿਊ ਹੈ। ਇਸ ਰਾਹੀਂ ਬੱਚੇ ਨੂੰ ਜਿਹੜਾ ਹੈਗਾ ਮਨੋਰੰਜਨ ਵੀ ਕਰਵਾਇਆ ਜਾ ਸਕਦਾ ਹੈ। ਕਿਹੜੀਆਂ ਚੀਜ਼ਾਂ ਦੇ ਨਾਲ ਬੱਚੇ ਦਾ ਮਨੋਰੰਜਨ ਕਰਵਾਇਆ ਜਾ ਸਕਦਾ ਹੈ, ਬੱਚੇ ਨੂੰ ਗੇਮਿੰਗ ਕਰਵਾਈ ਸਕਦੀ ਹੈ, ਬੱਚੇ ਨੂੰ ਮਿਊਜ਼ਿਕ ਜਿਹੜਾ ਹੈਗਾ ਬੱਚਾ ਉਹ ਸੁਣ ਸਕਦਾ ਹੈ, ਅਤੇ ਬੱਚੇ ਨੂੰ ਸਪੋਰਟਸ ਦੀਆਂ ਚੀਜ਼ਾਂ ਬਾਰੇ ਵੀ ਜਿਹੜਾ ਹੈਗਾ ਬੱਚੇ ਨੂੰ ਇਸ ਚੀਜ਼ਾਂ ਦਾ ਗਿਆਨ ਹੋ ਸਕਦਾ, ਜਾਂ ਸਪੋਰਟਸ ਵਾਲੀਆਂ ਚੀਜ਼ਾਂ ਵੀ ਤੁਸੀਂ ਕੀ ਕਰ ਸਕਦੇ ਹੋ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਰਾਹੀਂ ਦੇਖ ਸਕਦੇ ਹੋ ਅਤੇ ਸਿੱਖ ਸਕਦੇ ਹੋ। ਉਸ ਤੋਂ ਬਾਅਦ ਕੀ ਹੈ ਕਿ IC ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਅਪਡੇਟਡ ਹੋਣੀ ਚਾਹੀਦੀ ਹੈ। ਕਿ ਬਹੁਤ ਵਧੀਆ ਕੁਐਸਚਨ ਬਣ ਸਕਦਾ ਇੱਥੋਂ ਕਿ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ ਨਵੀਆਂ ਜਾਣਕਾਰੀਆਂ ਅਤੇ ਸਮੇਂ ਸਿਰ ਬੱਚਿਆਂ ਨੂੰ ਜਿਹੜੀ ਹੈਗੀ ਆ ਇਸ ਰਾਹੀਂ ਤੁਸੀਂ ਦੇ ਸਕਦੇ ਹੋ। ਪਹਿਲਾਂ ਕੀ ਸਿਸਟਮ ਹੁੰਦਾ ਸੀ, ਐਜੂਕੇਸ਼ਨ ਕੋਈ ਸਕੀਮ ਜਾਰੀ ਕਰਦਾ ਸੀ ਤਾਂ ਸਕੂਲਾਂ ਤੱਕ ਆਉਂਦੀ ਉਹ 3-4 ਮਹੀਨੇ ਲਾ ਦਿੰਦੀ ਸੀ। ਹੁਣ ਜੇ ਐਜੂਕੇਸ਼ਨ ਕੋਈ ਸਕੀਮ ਜਾਂ ਕੋਈ ਇੱਦਾਂ ਦੀ ਐਕਟੀਵਿਟੀਜ਼ ਤਿਆਰ ਕਰਦਾ ਹੈ ਤਾਂ ਸਕੂਲ ਦੇ ਵਿੱਚ 20 ਮਿੰਟਾਂ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਸਕੂਲ ਦੇ ਵਿੱਚ ਉਹ ਪਹੁੰਚ ਜਾਂਦੀ ਹੈ। ਜੇ ਵੈਸੇ ਤਾਂ 5 ਮਿੰਟਾਂ 'ਚ ਹੀ ਪਹੁੰਚ ਜਾਂਦੀ ਹੈ। ਕਈ ਇੱਦਾਂ ਦੇ ਟੀਚਰ ਹੁੰਦੇ ਨੇ ਕਿ ਟੈਕਨੋਲੋਜੀ ਨਾਲ ਟੱਚ ਨਾ ਹੋਣ ਕਰਕੇ ਜਿਹੜਾ ਹੈਗਾ ਥੋੜ੍ਹਾ ਜਿਹਾ ਲੇਟ ਉਹ ਚੀਜ਼ਾਂ ਦਾ ਪਤਾ ਲੱਗਦਾ ਨਹੀਂ। ਅੱਜ ਕੱਲ੍ਹ ਦੀ ਐਡਵਾਂਸ ਟੈਕਨੋਲੋਜੀ ਇੰਨੀ ਹੋ ਗਈ ਹੈ, ਜਦੋਂ ਉਹਨਾਂ ਨੇ ਉੱਥੋਂ ਮੇਲ ਪਾਤੀ ਜਾਂ ਉਹਨਾਂ ਨੇ ਆਪਣੀ ਵੈਬਸਾਈਟ ਦੇ ਥਰੂ ਜਾਂ ਜਿੰਨਾ ਵੀ ਪੋਰਟਲ ਬਣੇ ਹੁੰਦੇ ਨੇ, ਠੀਕ ਹੈ, ਐਜੂਕੇਸ਼ਨ ਡਿਪਾਰਟਮੈਂਟ ਦੇ, ਉਹਨਾਂ ਦੇ ਥਰੂ ਜਦੋਂ ਉਹਨਾਂ ਨੇ ਮੇਲ ਪਾਤੀ ਨਾਲ ਦੀ ਨਾਲ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਮੇਲ ਪ੍ਰੋਵਾਈਡ ਹੋ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ 5 ਮਿੰਟਾਂ ਦੇ ਵਿੱਚ ਉਹ ਸਾਰੀਆਂ ਸਕੀਮਾਂ ਜਾਂ ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਲਾਗੂ ਹੋ ਜਾਂਦੀਆਂ। ਤਾਂ ਇਸੇ ਕਰਕੇ ਕੀ ਹੈ ਜੀ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜੀ ਅਪਡੇਟਡ ਹੁੰਦੀ ਹੈ ਜਾਂ ਅਪਡੇਟਡ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੀ ਹੈ, ਅੱਛਾ ਆਪਾਂ ਜ਼ਿਕਰ ਕੀਤਾ ਸੀ ਕਿ ਜਿਹੜਾ ਹੈਗਾ ਟੈਲੀਵਿਜ਼ਨ ਸਭ ਤੋਂ ਪਹਿਲਾਂ ਜਿਹੜਾ ਭਾਰਤ ਦੀ ਗੱਲ ਕਰ ਰਹੇ ਹਾਂ ਆਪਾਂ, ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਟੈਲੀਵਿਜ਼ਨ ਨੂੰ ਲਾਂਚ ਕੀਤਾ ਗਿਆ ਸੀ। ਕਿ ਤਾਂ ਕਦੋਂ ਕੀਤਾ ਗਿਆ ਸੀਗਾ, 15/8/1959 ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਪਹਿਲਾ ਟੈਲੀਵਿਜ਼ਨ ਨੂੰ ਜਿਹੜਾ ਹੈਗਾ ਲਾਂਚ ਕੀਤਾ ਗਿਆ ਸੀਗਾ। ਅੱਛਾ, ਐਜੂਕੇਸ਼ਨ ਦੇ ਵਿੱਚ ਜਦੋਂ ਇਹ ਲਾਂਚ ਕੀਤਾ ਤਾਂ ਉਦੋਂ ਕਦੋਂ ਕੀਤਾ ਗਿਆ ਸੀ, ਤਾਂ 1972 ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੈਲੀਵਿਜ਼ਨ ਨੂੰ ਲਾਂਚ ਕੀਤਾ ਗਿਆ। ਤੁਸੀਂ ਦੇਖਿਆ ਹੋਣਾ ਕਿ ਦੂਰਦਰਸ਼ਨ ਜਿਹੜਾ ਹੈਗਾ ਚੈਨਲ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਸ 'ਤੇ ਚਲਾਇਆ ਗਿਆ ਸੀ। ਟੈਲੀਵਿਜ਼ਨ ਸੈਂਟਰ ਸਭ ਜਿਹੜੇ ਹੈਗੇ ਆ ਕਿੱਥੇ ਸਥਾਪਿਤ ਕੀਤੇ ਗਏ ਸੀਗੇ, ਤਾਂ ਟੈਲੀਵਿਜ਼ਨ ਸੈਂਟਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਕਿ ਦੂਰਦਰਸ਼ਨ ਦਾ ਜਿਹੜਾ ਵੈਸੇ ਸੌਖਾ ਹੈ, ਬਹੁਤ ਸੌਖੀਆਂ ਚੀਜ਼ਾਂ ਜਿਹੜਾ ਹੈਗਾ ਪੇਪਰ ਦੇ ਵਿੱਚ ਪੁੱਛਣਗੇ। ਆਪਾਂ ਹਰ ਇੱਕ ਲੈਵਲ ਦਾ, ਸੌਖੇ ਲੈਵਲ ਦਾ ਵੀ ਅਤੇ ਟਫ ਲੈਵਲ ਦਾ ਵੀ ਜਿਹੜਾ ਹੈਗਾ ਆਪਾਂ ਵੀਡੀਓ ਦੇ ਵਿੱਚ, ਹਰ ਵੀਡੀਓ ਦੇ ਵਿੱਚ ਕਵਰ ਕਰਾਉਣੇ ਆ। ਤਾਂ ਬਹੁਤ ਜ਼ਿਆਦਾ ਟਫ ਨਹੀਂ ਆਉਂਦਾ ਪੇਪਰ, ਬਹੁਤ ਹੀ ਈਜ਼ੀ ਪੇਪਰ ਆਵੇਗਾ, ਠੀਕ ਹੈ। ਆਈ ਕੈਨ ਡੂ ਇਟ, ਆਪਾਂ ਸਾਰੇ ਕਰ ਸਕਦੇ ਹਾਂ, ਠੀਕ ਹੈ ਜੀ। ਕੋਈ ਆਪ ਮੋਟੀਵੇਟ ਰਿਹਾ ਕਰੋ, ਕਿਤੇ ਇਹ ਨਾ ਕਿਹਾ ਕਰੋ ਵੀ ਮੇਰਾ ਯਾਰ ਸਿਲੇਬਸ ਥੋੜ੍ਹਾ ਜਿਹਾ ਰਹਿ ਗਿਆ,
ਠੀਕ ਹੈ। ਸਿਲੇਬਸ ਕੰਪਲੀਟ ਕਰਨਾ ਤੁਹਾਡੇ ਸਿਰ ਤੇ ਆ। ਮੇਰੇ ਵੱਲੋਂ ਕਲਾਸਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਕੰਪਲੀਟ ਕਰਵਾ ਚੁੱਕਿਆ ਮੈਂ, ਠੀਕ ਹੈ ਜੀ। ਹਾਫ ਜਿਹੜਾ ਆਪਣਾ ਹੈਗਾ ਕਰਿਕੂਲਮ ਦੀਆਂ ਹਾਫ ਕਲਾਸਾਂ ਜਿਹੜੀਆਂ ਹੈਗੀਆਂ, ਹਾਫ ਸਿਲੇਬਸ ਆਪਾਂ ਕਰ ਲਿਆ। ਦੋ ਤਿੰਨ ਟੌਪਿਕ ਰਹਿ ਗਿਆ, 3-4 ਟੌਪਿਕ ਆਪਾਂ ਕਰ ਲਏ ਆ। ਇਕਨੋਮਿਕਸ ਦੀਆਂ ਜਿਹੜੀ ਹੈਗੀ ਆ ਇੱਕ ਕਲਾਸ ਪਾ ਦਿੱਤੀ ਆ, 4 ਕਲਾਸਾਂ ਹੋਣਗੀਆਂ, ਠੀਕ ਹੈ ਜੀ। 3 ਕਲਾਸਾਂ ਤੁਹਾਨੂੰ ਕੱਲ ਇੱਕ ਕਲਾਸ ਕੱਲ ਨੂੰ ਆ ਜੂਗੀ, ਇੱਕ ਕਲਾਸ ਪਰਸੋਂ ਜਾਂ ਚੌਥੇ ਤੁਹਾਨੂੰ ਅਪਡੇਟ ਕਰਵਾ ਦਿੱਤੀ ਜਾਊਗੀ। ਮੇਰੇ ਵੱਲੋਂ ਤੁਹਾਡਾ ਸਿਲੇਬਸ ਜਿਹੜਾ ਹੈਗਾ ਕੰਪਲੀਟ ਜਿਹੜਾ ਤੁਹਾਡਾ ਹੈਗਾ 20 ਤਰੀਕ ਤੱਕ ਕਰਵਾ ਦਿੱਤਾ ਜਾਊਗਾ। ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਉਹਨੂੰ ਵਾਰ-ਵਾਰ ਕਿੰਨਾ ਰਿਵਾਈਜ਼ ਕਰਦੇ ਹੋ, ਠੀਕ ਹੈ ਜੀ। ਤਾਂ ਜ਼ਰੂਰ ਰਿਵਾਈਜ਼ ਕਰਿਆ ਕਰੋ। ਪੇਪਰ ਇਨਸਾਨ ਹੀ ਪੇਪਰ ਪਾਉਂਦਾ ਹੈ ਤੇ ਇਨਸਾਨ ਹੀ ਪੇਪਰ ਕਲੀਅਰ ਕਰਦਾ ਹੈ। ਤੁਹਾਡੇ ਦੇ ਵਿੱਚੋਂ ਹੀ ਦੇਖੋ, ਇੱਕ ਤੁਸੀਂ ਜ਼ਰੂਰ ਜਿੰਨੇ ਵੀ ਕੈਂਡੀਡੇਟ ਦੋਸਤ ਮਿੱਤਰ ਸਟੂਡੈਂਟ ਨੇ, ਤਾਂ ਜਿਨ੍ਹਾਂ ਦਾ ਵੀ ਦੇਖੋ, ਮੇਰੇ ਨਾਲੋਂ ਕਈ ਵੱਡੇ ਵੀ ਨੇ, ਮੇਰੇ ਨਾਲੋਂ ਕੋਈ ਛੋਟੇ ਵੀ ਨੇ, ਤਾਂ ਜਿਨ੍ਹਾਂ ਦਾ ਵੀ ਪੇਪਰ ਕਲੀਅਰ ਹੋਇਆ ਤਾਂ WhatsApp ਰਾਹੀਂ ਜਾਂ ਗਰੁੱਪ ਰਾਹੀਂ ਜਾਂ YouTube ਰਾਹੀਂ ਜਿਨ੍ਹਾਂ ਨਾਲ ਵੀ ਟੱਚ ਹੈਗੇ ਹੋ ਤੁਸੀਂ, ਆਪਣਾ ਜ਼ਰੂਰ ਮੈਨੂੰ ਦੱਸਿਓ ਵੀ ਆਪਣਾ ਐਕਸਪੀਰੀਅੰਸ ਦੱਸਿਓ ਕਿੰਨਾ ਕਾ ਕਿ ਸਿਲੇਬਸ ਦੇ ਵਿੱਚ ਜਿੰਨੇ ਮੇਰੇ ਸਿਲੇਬਸ ਕਰਵਾਇਆ ਤਾਂ ਕਿੰਨੇ ਸਿਲੇਬਸ ਦੇ ਵਿੱਚੋਂ ਤੁਸੀਂ ਕਿੰਨੇ ਕੁਐਸਚਨ ਅਟੈਂਪਟ ਕਰਕੇ ਆਏ ਹੋ। ਮਾਈ ਐਕਸਪੀਰੀਅੰਸ ਹੈ, ਮੈਂ ਤੁਹਾਨੂੰ 15 ਨੰਬਰ ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਕਰਵਾਤੀ, ਇੱਕ ਵੀ ਨੰਬਰ ਉਰਾਂ ਪਰਾਂ ਨਹੀਂ ਹੋ ਸਕਦਾ ਤੁਹਾਡਾ। ਸਿਰਫ ਤੁਸੀਂ ਉਸ ਨੂੰ ਸਮਝਦੇ ਕਿੱਦਾਂ, ਯਾਦ ਕਿੱਦਾਂ ਰੱਖ ਸਕਦੇ ਹੋ, ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ, ਠੀਕ ਹੈ ਜੀ। ਮੇਰੇ ਵੱਲੋਂ ਜਿਹੜਾ ਹੈਗਾ ਕੱਲੀ ਚੀਜ਼ ਤੁਹਾਨੂੰ ਜਿਹੜੀ ਹੈਗੀ ਆ ਮੈਂ ਕਰਵਾ ਦਿੱਤੀ ਹੈ, ਉਹ ਵੀ ਤੁਹਾਡੀ ਲੈਂਗੁਏਜ ਦੇ ਵਿੱਚ, ਆਪਣੀ ਜਿਹੜੀ ਮਾਤਰ ਭਾਸ਼ਾ ਦੇ ਵਿੱਚ ਮੈਂ ਸਾਰੀਆਂ ਕਰਵਾ ਚੁੱਕਿਆ ਹੈਗਾ, ਠੀਕ ਹੈ ਜੀ। ਤਾਂ ਆਪਣਾ ਜਿੰਨੇ ਵੀ ਤੁਸੀਂ 27 ਤਰੀਕ ਨੂੰ ਜਦੋਂ ਪੇਪਰ ਹੋਊਗਾ ਤਾਂ ਪੇਪਰ ਤੋਂ ਬਾਅਦ ਜਿਹੜਾ ਹੈਗਾ ਮੈਂ ਇਸੇ ਚੈਨਲ ਦੇ ਉੱਪਰ ਆ ਕੇ ਸਾਰਾ ਪੇਪਰ ਜਿਹੜਾ ਹੈਗਾ ਸੋਲਵ ਕਰਵਾਵਾਂਗਾ, ਠੀਕ ਹੈ ਜੀ। ਜਿੰਨਾ ਵੀ ਪੇਪਰ ਹੋਊਗਾ ਮੈਂ ਸਾਰਾ ਸੋਲਵ ਕਰਵਾਵਾਂਗਾ। ਤਾਂ ਜਿੰਨਾ ਬੰਦਿਆਂ ਨੇ ਜਿੰਨਾ ਪੇਪਰ ਵੀ ਜਿੰਨੇ ਕੁਐਸਚਨ ਤੁਸੀਂ ਅਟੈਂਪਟ ਕੀਤੇ ਜਾਂ ਜਿੰਨੇ ਆਪਣੇ ਸਿਲੇਬਸ ਦੇ ਵਿੱਚੋਂ ਹੈ ਕਰਵਾਇਆ ਮੈਂ, ਤਾਂ ਉਹਨਾਂ ਦਾ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ। ਜਿਹੜੇ ਟੈਲੀਵਿਜ਼ਨ ਸੈਂਟਰ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਐਜੂਕੇਸ਼ਨ ਸੈਂਟਰ ਬਣੇ ਸੀਗੇ, ਉਹ ਆਪਣੇ ਕਿੱਥੇ ਸੀਗਾ, ਜਲੰਧਰ ਸੀ, ਫਿਰ ਕੋਲਕਾਤਾ ਐਸਟੈਬਲਿਸ਼ ਕੀਤਾ ਗਿਆ, ਮਦਰਾਸ, ਫਿਰ ਲਖਨਊ ਤੇ ਬੰਬੇ। ਇਹ ਸਾਰੇ ਕੀ ਸੀਗਾ ਕਿ ਜਿਹੜੇ ਹੈਗੇ ਆ ਟੈਲੀਵਿਜ਼ਨ ਸੈਂਟਰਾਂ ਨੂੰ ਲਾਂਚ ਕੀਤਾ ਗਿਆ ਸੀਗਾ। ਟੈਲੀਵਿਜ਼ਨ ਅੱਜ ਭਾਰਤ ਦੀ 85% ਆਬਾਦੀ ਨੂੰ ਕੀ ਕੀਤਾ ਜਾਂਦਾ, ਕਵਰ ਅਪ ਕਰ ਰਿਹਾ ਜੀ। ਟੈਲੀਵਿਜ਼ਨ ਰਾਹੀਂ ਅੱਜ ਪੂਰੇ ਭਾਰਤ ਦੀ ਜਿਹੜੀ ਹੈਗੀ ਆ 85% ਆਬਾਦੀ ਨੂੰ ਕੀ ਕੀਤਾ ਸੀਗਾ, ਕਵਰ ਅਪ ਕੀਤਾ ਗਿਆ ਸੀ। ਇੱਥੋਂ ਤੱਕ ਜਿਹੜਾ ਆਪਣਾ ਜਿਹੜਾ ਟੌਪਿਕ ਸੀਗਾ ਉਹ ਕਿਹੜਾ ਸੀਗਾ ਜੀ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ। ਦੇਖੋ ਜੀ, ਇੱਥੋਂ ਤੱਕ ਜਿਹੜਾ ਤੁਹਾਡਾ ਟੌਪਿਕ ਹੈ ਉਹ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਹੈ, ਇਦੋਂ ਜ਼ਿਆਦਾ ਨਹੀਂ ਆਵੇਗਾ। ਨੋਰਮਲ ਟੌਪਿਕ ਹੈ, ਜ਼ਿਆਦਾ ਵੱਡਾ ਟੌਪਿਕ ਨਹੀਂ ਹੈਗਾ। ਇੰਨਾ ਕੁ ਟੌਪਿਕ ਤੁਸੀਂ ਯਾਦ ਕਰਕੇ ਵਗ ਜਾਓ, ਜ਼ਿਆਦਾ ਕੁਐਸਚਨ ਨਹੀਂ ਆਉਂਦੇ। ਇਨਪੁਟ ਡਿਵਾਈਸ, ਆਊਟਪੁੱਟ ਡਿਵਾਈਸ, ਜਿੰਨੀਆਂ ਮੈਂ ਫੁੱਲ ਫਾਰਮਸ ਦੱਸੀਆਂ, ਕੰਪਿਊਟਰ ਦਾ ਬ੍ਰੇਨ ਕੀ ਹੈ, ਠੀਕ ਹੈ ਜੀ। ਅੱਛਾ ਚਲੋ, ਮੈਂ ਕੰਪਿਊਟਰ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਹੋਰ ਨੌਲੇਜ ਦੇ ਦਿੰਦਾ। ਚਲੋ ਤੁਸੀਂ ਕਹੋਗੇ ਜ਼ਿਆਦਾ ਬਹੁਤ ਘੱਟ ਕਰਾਇਆ, ਪਰ ਬਹੁਤ ਹੈ ਇੰਨਾ, ਠੀਕ ਹੈ ਜੀ। ਕੰਪਿਊਟਰ ਬਾਰੇ ਮੈਂ ਤੁਹਾਨੂੰ ਕੰਪਿਊਟਰ ਦੀ ਇੱਕ ਸਿੰਪਲ ਦੱਸ ਦਿੰਦਾ। ਕੰਪਿਊਟਰ ਦੀ ਡੈਫੀਨੇਸ਼ਨ ਕੀ ਹੈ, ਠੀਕ ਹੈ। ਵਟ ਇਜ਼ ਦ ਕੰਪਿਊਟਰ, ਬੰਦਾ ਵੈਸੇ ਹੀ ਪੁੱਛ ਲੈਂਦਾ ਵਟ ਇਜ਼ ਦ ਕੰਪਿਊਟਰ। ਕੰਪਿਊਟਰ ਕੀ ਹੈ, ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਕੀ ਕਰਦੀ ਹੈ, ਮੈਨੂਪਲੇਟ ਕਰਦੀ ਹੈ ਡਾਟਾ ਅਤੇ ਇਨਫੋਰਮੇਸ਼ਨ ਨੂੰ। ਹੁਣ ਡਾਟਾ ਅਤੇ ਇਨਫੋਰਮੇਸ਼ਨ ਨੂੰ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਪਹਿਲਾਂ ਵੀ ਐਗਜ਼ਾਮਪਲ ਦੇ ਚੁੱਕਿਆ। 1 + 1 = 2। ਆ ਕੀ ਹੈ, ਤੁਹਾਡੀ ਇਨਪੁਟ ਹੈ, ਇਨਫੋਰਮੇਸ਼ਨ ਹੈ ਜੀ। ਇਹ ਕੀ ਹੈ, ਤੁਹਾਡੀ ਇਨਫੋਰਮੇਸ਼ਨ ਹੈ, ਠੀਕ ਹੈ ਜੀ। ਆ ਵੀ ਤੁਹਾਡੀ ਇਨਫੋਰਮੇਸ਼ਨ ਆ। ਆ ਕੀ ਹੈ, ਇਹ ਅਰਥਮੈਟਿਕ। ਦੇਖੋ, ਜਦੋਂ ਤੁਸੀਂ ਕਹਿਤਾ 1 + 1 ਦਾ ਸਾਨੂੰ ਭਾਈ ਜਿਹੜਾ ਹੈਗਾ ਸਮ ਕਰਕੇ ਦੇ ਦੇ, ਆ 1 ਨੂੰ ਤਾਂ ਸਮਝ ਲੂ ਕੰਪਿਊਟਰ ਵੀ 1 ਭਾਈ 1 ਪੁੱਛਿਆ। ਇਹਨੂੰ ਕੀ ਕਹੂਗਾ, ਉਹ ਪ੍ਰੋਸੈਸ। ਕੀ ਕਰੂਗਾ, ਪ੍ਰੋਸੈਸ, ਠੀਕ ਹੈ ਜੀ। ਪ੍ਰੋਸੈਸ ਕਰਕੇ ਉਸ ਤੋਂ ਬਾਅਦ ਕੀ ਕਰੂਗਾ, ਇੱਥੇ ਤੁਹਾਨੂੰ ਦੱਸ ਦੂਗਾ ਕਿ 2 ਆ ਗਿਆ ਇਹਦਾ ਆਨਸਰ। ਤਾਂ ਇਹਨੂੰ ਕੀ ਕਿਹਾ ਜਾਂਦਾ ਹੈਗਾ, ਆਊਟਪੁੱਟ। ਇਹਨੂੰ ਕੀ ਕਿਹਾ ਜਾਂਦਾ ਹੈ, ਆਊਟਪੁੱਟ। ਕਹਿਣ ਦਾ ਮਤਲਬ ਕੀ ਹੈ ਕਿ ਪਹਿਲਾਂ ਕੀ ਕਰੂਗਾ, ਤੁਸੀਂ ਇਨਫੋਰਮੇਸ਼ਨ ਦਿੱਤੀ, ਉਸ ਇਨਫੋਰਮੇਸ਼ਨ ਨੂੰ ਪ੍ਰੋਸੈਸ ਕੀਤਾ, ਪ੍ਰੋਸੈਸ ਕਰਨ ਤੋਂ ਬਾਅਦ ਤੁਹਾਨੂੰ ਫਾਈਨਲ ਆਊਟਪੁੱਟ ਸ਼ੋ ਹੋ ਗਈ। ਕੀ ਕਰਦਾ, ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਮੈਨੂਪਲੇਟ ਕਰਦੀ ਹੈ ਇਨਫੋਰਮੇਸ਼ਨ ਆਫ ਦੀ ਡਾਟਾ। ਤੁਹਾਡੇ ਤੋਂ ਇਨਫੋਰਮੇਸ਼ਨ ਲਊ, ਤੁਹਾਨੂੰ ਡਾਟਾ ਕੀ ਕਰ ਦੂਗੀ, ਪ੍ਰੋਵਾਈਡ ਕਰ ਦੂਗੀ। ਜੇ ਤੁਹਾਨੂੰ ਪੁੱਛਿਆ ਜਾਵੇ ਕੰਪਿਊਟਰ ਜਿਹੜਾ ਹੈਗਾ, ਕੰਪਿਊਟਰ ਕਿਹੜੀ ਭਾਸ਼ਾ ਨੂੰ ਜਾਂ ਕੰਪਿਊਟਰ ਜਿਹੜੀ ਹੈਗੀ ਹੈ ਕਿਹੜੀ
ਭਾਸ਼ਾ ਨੂੰ ਸਮਝ ਸਕਦਾ ਹੈ ਤਾਂ ਕੰਪਿਊਟਰ ਸਮਝ ਸਕਦਾ ਜੀ ਮਸ਼ੀਨ ਭਾਸ਼ਾ ਨੂੰ। ਮਸ਼ੀਨ ਭਾਸ਼ਾ ਹੁਣ ਕਿਹੜੀ ਹੁੰਦੀ ਹੈ? ਬਾਈਨਰੀ ਡਿਜਿਟ। ਦੇਖੋ ਕਦੇ ਵੀ ਬਾਈਨਰੀ ਮਸ਼ੀਨ ਭਾਸ਼ਾ, ਮਸ਼ੀਨ ਲੈਂਗੁਏਜ, ਠੀਕ ਹੈ ਜੀ। ਮਸ਼ੀਨ ਲੈਂਗੁਏਜ ਕਿਹੜੀ ਹੁੰਦੀ ਹੈ? ਬਾਈਨਰੀ। ਤੁਸੀਂ ਕਦੇ ਵੀ ਬਾਈਨਰੀ ਲੈਂਗੁਏਜ ਨਹੀਂ ਕਹਿਣਾ, ਬਾਈਨਰੀ ਲੈਂਗੁਏਜ ਨਹੀਂ ਹੁੰਦੀ, ਠੀਕ ਹੈ ਜੀ। ਬਾਈਨਰੀ ਡਿਜਿਟ ਹੁੰਦੇ ਨੇ, ਬਾਈਨਰੀ ਡਿਜਿਟ, ਬਾਈਨਰੀ ਡਿਜਿਟ। ਵੈਸੇ ਤਾਂ ਤੁਹਾਨੂੰ ਇੰਨੀ ਪੁੱਛਿਆ ਜਾਊਗਾ ਕਿ ਕੰਪਿਊਟਰ ਕਿਹੜੀ ਭਾਸ਼ਾ ਨੂੰ ਸਮਝਦਾ ਹੈ, ਤਾਂ ਤੁਸੀਂ ਬਸ ਇੱਕ ਰੱਟਾ ਲਾ ਲਓ ਕਿ ਮਸ਼ੀਨ ਭਾਸ਼ਾ ਨੂੰ ਸਮਝਦਾ ਹੈ, ਠੀਕ ਹੈ ਜੀ। ਤਾਂ ਕਿਹੜੀ ਮਸ਼ੀਨ ਭਾਸ਼ਾ ਕਿਹੜੀ ਹੁੰਦੀ ਹੈ? ਬਾਈਨਰੀ ਡਿਜਿਟ। ਬਾਈਨਰੀ ਡਿਜਿਟ ਕਿਹੜੇ ਹੁੰਦੇ ਨੇ? 0 ਅਤੇ 1 ਦੀ ਫਾਰਮ ਦੇ ਵਿੱਚ ਹੁੰਦੇ ਨੇ, ਜਾਂ 0 ਅਤੇ 1, ਜਾਂ ਤਾਂ ਕੀ ਹੋਊਗਾ? ਆਫ ਹੋਊਗਾ ਅਤੇ ਜਾਂ ਕੀ ਹੋਊਗਾ? ਔਨ ਹੋਊਗਾ। ਕੰਪਿਊਟਰ ਸਿਰਫ 0 ਅਤੇ 1 ਦੀ ਫਾਰਮ ਦੇ ਵਿੱਚ ਹੀ ਕੰਮ ਕਰਦਾ ਹੈ ਸਾਰਾ, ਠੀਕ ਹੈ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਆਪਣੀਆਂ ਨੋਰਮਲ ਚੀਜ਼ਾਂ ਜਿਹੜੀਆਂ ਹੈਗੀਆਂ ਸੀ। ਅੱਛਾ, ਜੇ ਤੁਹਾਨੂੰ ਪੁੱਛਿਆ ਜਾਵੇ ਬੇਸਿਕਲੀ ਕਿੰਨੀਆਂ ਜਨਰੇਸ਼ਨਾਂ, ਹੁਣ ਤਾਂ ਜ਼ਿਆਦਾ ਆ ਗਈਆਂ, ਬੇਸਿਕਲੀ ਜਿਹੜੀਆਂ ਹੈਗੀਆਂ ਆਪਾਂ 5 ਜਨਰੇਸ਼ਨਾਂ ਕਰਦੇ ਹਾਂ, ਠੀਕ ਹੈ ਜੀ। ਜੇ ਤੁਹਾਨੂੰ ਪੁੱਛਿਆ ਜਾਵੇ ਵੀ ਪਹਿਲੀ ਜਨਰੇਸ਼ਨ ਦੇ ਵਿੱਚ, ਚਲੋ ਮੈਂ ਉਹ ਚੈਪਟਰ ਸਾਰਾ ਤੁਹਾਨੂੰ ਕਰਵਾਈ ਦਊਂਗਾ ਜਨਰੇਸ਼ਨ ਵਗੈਰਾ, ਕੋਈ ਗੱਲ ਨਹੀਂ। ਉਸ ਤੋਂ ਬਾਅਦ ਆਪਣਾ ਜਿਹੜਾ ਟੌਪਿਕ ਸਟਾਰਟ ਹੁੰਦਾ ਸੀਗਾ ਉਹ ਸੀ ਕਲਾਸਰੂਮ ਮੈਨੇਜਮੈਂਟ। ਕਲਾਸਰੂਮ ਮੈਨੇਜਮੈਂਟ, ਕਲਾਸਰੂਮ ਦੀ ਦੇਖੋ ਮੈਂ ਡੈਫੀਨੇਸ਼ਨ ਹੀ ਦੱਸ ਦਿੰਦਾ, ਪਰਿਭਾਸ਼ਾ ਕੀ ਹੈ। ਇਹ ਇੱਕ ਇੱਦਾਂ ਦਾ ਤਰੀਕਾ ਹੈ ਜਿਸ ਨਾਲ ਅਸੀਂ ਪ੍ਰਬੰਧ ਕਰਦੇ ਹਾਂ ਕਿ ਬੱਚੇ ਦੇ ਧਿਆਨ ਕਿੱਦਾਂ ਰੱਖ ਸਕਦੇ ਹਾਂ, ਠੀਕ ਹੈ ਜੀ। ਉਹਨਾਂ ਦੇ ਹੈਲਪਰਾਂ, ਜਿਹੜੇ ਬੱਚੇ ਆਪਣੇ ਛੋਟੇ ਬੱਚੇ ਹੁੰਦੇ ਨੇ ਸਕੂਲਾਂ ਦੇ ਵਿੱਚ ਹੈਲਪਰ ਰੱਖੇ ਹੁੰਦੇ ਨੇ ਜੀ, ਉਹ ਬੱਚਿਆਂ ਦਾ ਧਿਆਨ ਕਿਵੇਂ ਰੱਖ ਸਕਦੇ ਨੇ, ਜਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਕਿੱਦਾਂ ਪੜ੍ਹਾ ਰਹੇ ਨੇ, ਜਾਂ ਉਹਨਾਂ ਦਾ ਚੰਗੀ ਤਰ੍ਹਾਂ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹ ਸਾਰੀਆਂ ਕੀ ਹੈ? ਪਰਿਭਾਸ਼ਾ ਜਾਂ ਡੈਫੀਨੇਸ਼ਨ ਹੈ ਜੀ ਕਿਹਦੀ? ਕਲਾਸਰੂਮ ਦੀ। ਉਸ ਤੋਂ ਬਾਅਦ ਹੈ ਕਲਾਸਰੂਮ ਮੈਨੇਜਮੈਂਟ ਦੇ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਕਲਾਸਰੂਮ ਮੈਨੇਜਮੈਂਟ ਦੇ ਵਿੱਚ ਆਉਂਦਾ ਕਲਾਸਰੂਮ ਰੂਲਸ ਹੋਣੇ ਚਾਹੀਦੇ ਨੇ। ਸਾਰੇ ਬੱਚਿਆਂ ਅਤੇ ਅਧਿਆਪਕਾਂ ਦੇ ਇੱਕੋ ਜਿਹੇ ਰੂਲ ਹੋਣੇ ਚਾਹੀਦੇ ਨੇ। ਕਹਿਣ ਦਾ ਮਤਲਬ ਕੀ ਹੈ ਕਿ ਸਕੂਲ ਜਦੋਂ ਕਲਾਸ ਦੇ ਵਿੱਚ ਜਾਣ ਤਾਂ ਕਲਾਸ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਸਜਾਵਟ ਹੋਣੀ ਚਾਹੀਦੀ ਹੈ। ਸੈਕੰਡ ਕੀ ਹੈ ਕਿ ਕਲਾਸਰੂਮ ਨੂੰ ਐਗਰੀਮੈਂਟ ਜਿਹੜਾ ਹੋਣਾ ਚਾਹੀਦਾ, ਅਰੇਂਜਮੈਂਟ ਅਰੇਂਜਮੈਂਟ ਉਹ ਜਿਹੜਾ ਹੋਣਾ ਚਾਹੀਦਾ ਹੈਗਾ। ਉਹਨਾਂ ਨੂੰ ਜਿਹੜਾ ਹੈਗਾ ਰੂਲ ਅਤੇ ਰੈਗੂਲਰ ਨੂੰ ਜਿਹੜਾ ਹੈਗਾ ਵਰਤਣੇ ਹੋਣੇ ਚਾਹੀਦੇ ਨੇ। ਜਿਵੇਂ ਬੈਂਚ ਠੀਕ ਲੱਗੇ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਦੀਵਾਰਾਂ 'ਤੇ ਜਿਹੜਾ ਹੈਗਾ ਕਲਰਫੁੱਲ ਹੋਣੀਆਂ ਚਾਹੀਦੀਆਂ ਨੇ। ਕਿਤਾਬਾਂ ਜਿਹੜੀਆਂ ਹੈਗੀਆਂ ਸਹੀ ਤਰ੍ਹਾਂ ਜਿਹੜੀਆਂ ਹੈਗੀਆਂ ਰੱਖੀਆਂ ਹੋਣੀਆਂ ਚਾਹੀਦੀਆਂ ਨੇ। ਇਹ ਜਿਹੜਾ ਸੈਕੰਡ ਪੁਆਇੰਟ ਸੀਗਾ। ਉਸ ਤੋਂ ਬਾਅਦ ਹੈ ਕਿ ਕਲਾਸਰੂਮ ਸ਼ਡਿਊਲ ਕਿੱਦਾਂ ਦਾ ਹੋਣਾ ਚਾਹੀਦਾ ਹੈ। ਕਲਾਸਰੂਮ ਦਾ ਜਿਹੜਾ ਸਮਾਂ ਜਿਹੜਾ ਹੈਗਾ ਤੈਅ ਕੀਤਾ ਹੋਣਾ ਚਾਹੀਦਾ ਵੀ ਜੇ ਹੈਗੀ 9 ਵਜੇ ਕਲਾਸ ਸਟਾਰਟ ਹੋਣੀ ਹੈ ਤਾਂ 9 ਵਜੇ ਟੀਚਰ ਐਂਡ ਬੱਚੇ ਜਿਹੜੇ ਹੈਗੇ ਆ ਉਸ ਕਲਾਸ ਦੇ ਵਿੱਚ ਅਵੇਲੇਬਲ ਹੋਣ, ਉਸ ਕਲਾਸ ਦੇ ਵਿੱਚ ਤਿਆਰ ਹੋਣ। ਉਸ ਤੋਂ ਬਾਅਦ ਹੈ ਕਿ ਕਲਾਸਰੂਮ ਵਾਲਸ, ਫਲੋਰ, ਬੋਰਡ ਜਿਹੜਾ ਹੈਗਾ ਪ੍ਰੋਪਰਲੀ ਹੋਣੇ ਚਾਹੀਦੇ ਆ। ਕਲਾਸਰੂਮ ਦੀਆਂ ਦੀਵਾਰਾਂ, ਪੱਖੇ ਅਤੇ ਬੋਰਡ ਜਿਹੜਾ ਹੈਗਾ ਵਧੀਆ ਅਤੇ ਚੰਗੇ ਢੰਗ ਨਾਲ ਜਿਹੜੇ ਹੈਗੇ ਆ ਲਗਾਏ ਹੋਣੇ ਚਾਹੀਦੇ ਨੇ। ਕਲਾਸਰੂਮ ਇਨਵਾਇਰਨਮੈਂਟ ਮੋਸਟ ਕੁਐਸਚਨ ਹੈ ਕਿ ਜਿਹੜਾ ਰੂਮ ਹੈਗਾ ਇਨਵਾਇਰਨਮੈਂਟ ਹੋਣਾ ਚਾਹੀਦਾ। ਕਲਾਸਰੂਮ ਦਾ ਵਾਤਾਵਰਨ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਹੈ ਕਲਾਸਰੂਮ ਡਿਸਪਲਿਨ। ਕਹਿਣ ਦਾ ਮਤਲਬ ਕੀ ਹੈ ਕਿ ਕਲਾਸਰੂਮ ਦਾ ਜਿਹੜਾ ਅਨੁਸ਼ਾਸਨ ਇੱਕ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਤਾਂ ਜੋ ਜਿਹੜਾ ਹੈਗਾ ਬੱਚਿਆਂ ਨੂੰ ਜਿਹੜਾ ਰੁਚੀ ਬਣ ਸਕੇ ਪੜ੍ਹਾਈ ਦੇ ਵਿੱਚ। ਉਸ ਤੋਂ ਬਾਅਦ ਕੀ ਹੈ ਕਿ ਕਲਾਸਰੂਮ ਪਲੈਨਡ ਹੋਣਾ ਚਾਹੀਦਾ। ਪਲੈਨਿੰਗ, ਕਲਾਸਰੂਮ ਇੱਕ ਵਧੀਆ ਤਰੀਕੇ ਨਾਲ ਯੋਜਨਾਬੱਧ ਹੋਣਾ ਚਾਹੀਦਾ। ਕਹਿਣ ਦਾ ਮਤਲਬ ਕੀ ਹੈ ਕਿ ਲੈਸਨ ਜਿਹੜੇ ਹੈਗੇ ਲੈਸਨ ਡਿਜ਼ਾਈਨਿੰਗ ਕੀਤੀ ਹੋਣੀ ਚਾਹੀਦੀ ਹੈ। ਟਾਈਮ ਟੇਬਲ ਜਿਹੜਾ ਹੈਗਾ ਤੁਹਾਡਾ ਕਲਾਸਰੂਮ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਲਾਸਰੂਮ ਦੇ ਵਿੱਚ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਇਫੈਕਟਿਵ ਟੀਚਰ। ਕਲਾਸਰੂਮ ਵਿੱਚ ਇੱਕ ਚੰਗੀ ਅਧਿਆਪਕ ਜਿਹੜਾ ਹੋਣੇ ਚਾਹੀਦੇ ਨੇ ਜੋ ਕੀ ਕਰ ਸਕਣ, ਬੱਚਿਆਂ ਨੂੰ ਇੱਕ ਚੰਗੀ ਐਜੂਕੇਸ਼ਨ ਜਿਹੜੇ ਹੈਗਾ ਪੜ੍ਹਾ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਲਾਸਰੂਮ ਦੀਆਂ ਸੀ। ਇੰਪੋਰਟੈਂਟ ਕੀ ਹੈ ਕਲਾਸਰੂਮ ਦੀ ਕਲਾਸਰੂਮ ਆਫ ਮੈਨੇਜਮੈਂਟ ਇੰਪੋਰਟੈਂਸ ਆਫ ਕਲਾਸਰੂਮ ਮੈਨੇਜਮੈਂਟ ਦੀ। ਜਿਹੜੀ ਕਲਾਸਰੂਮ ਦੇ ਕੀ ਫਾਇਦੇ ਹੈਗੇ ਨੇ ਜਿਹੜੇ ਆਪਣੇ ਉਹ ਆਪਾਂ ਵੀ ਦੇਖ ਲੈਂਦੇ ਹਾਂ। ਇਫੈਕਟਿਵ ਡਿਸਿਪਲਿਨ, ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ, ਠੀਕ ਹੈ ਜੀ। ਮਨੋਰੰਜਨ ਵੀ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਵੈਲ ਮੇਨਟੇਨਡ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਇਫੈਕਟਿਵ ਲਰਨਿੰਗ ਐਂਡ ਟੀਚਿੰਗ। ਇਸ ਨਾਲ ਕਲਾਸ ਵਿੱਚ ਕੀ ਹੈ ਸਿੱਖਿਆ ਅਤੇ ਪੜ੍ਹਾਉਣ ਦਾ ਵਧੀਆ ਤਰੀਕਾ ਜਿਹੜਾ ਹੋਣਾ ਚਾਹੀਦਾ ਜੀ। ਸਟੂਡੈਂਟ ਸੈਲਫ ਅਸਟੀਮ। ਕਹਿਣ ਦਾ ਮਤਲਬ ਕੀ ਹੈ ਕਲਾਸਰੂਮ ਮੈਨੇਜਮੈਂਟ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵੱਧਦਾ ਹੈਗਾ। ਜੇਕਰ ਵਧੀਆ ਕਲਾਸਰੂਮ ਹੋਊਗਾ ਤਾਂ ਬੱਚੇ ਦਾ ਵੀ ਮਨ ਕੀ ਕਰੂਗਾ, ਪੜ੍ਹਨ ਨੂੰ ਕਰੂਗਾ, ਠੀਕ ਹੈ ਜੀ। ਵਧੀਆ ਸਾਫ ਆਲਾ ਦੁਆਲਾ ਜਿਹੜਾ ਹੈਗਾ ਵੈਲ ਮੇਨਟੇਨ ਹੋਊਗਾ। ਦੀਵਾਰਾਂ ਦੇ ਉੱਪਰ
ਚਿੱਤਰਕਲਾ ਜਾਂ ਕੁਝ ਚੀਜ਼ਾਂ ਸਿੱਖਿਆ ਦੇ ਰਿਲੇਟਡ ਹੋਣਗੀਆਂ ਤਾਂ ਬੱਚੇ ਦਾ ਜਿਹੜਾ ਮਨ ਵੀ ਹੈ ਜਿਹੜਾ ਉਹ ਕੀ ਹੈ ਜੀ ਪੜ੍ਹਾਈ ਵੱਲ ਜਾਵੇਗਾ। ਸਟੂਡੈਂਟ ਕ੍ਰੀਏਟਿਵ ਹੋਣਾ ਚਾਹੀਦਾ। ਜੇਕਰ ਕਲਾਸਰੂਮ ਚੰਗਾ ਵਾਤਾਵਰਨ ਹੋਵੇਗਾ ਤਾਂ ਬੱਚਾ ਵੀ ਕੀ ਕਰੂਗਾ ਜੀ ਚੰਗਾ ਹੀ ਰਤਨਾਤਮਕ ਬਣ ਸਕੇਗਾ, ਚੰਗਾ ਗੋਲ ਆਪਣਾ ਹਾਸਲ ਕਰ ਸਕੇਗਾ। ਕਲਾਸਰੂਮ ਜਿਹੜਾ ਹੈ ਹਾਈਡਰਨ ਐਂਡ ਕਲੀਨਨੈਸ ਹੋਣਾ ਚਾਹੀਦਾ ਗਾ। ਕਲਾਸਰੂਮ ਵਿੱਚ ਬੱਚੇ ਆਪਣੇ ਆਲੇ ਦੁਆਲੇ ਨੂੰ ਜਿਹੜਾ ਹੈਗਾ ਸਾਫ਼ ਸੁਥਰਾ ਰੱਖ ਸਕਦੇ ਨੇ। ਕਲਾਸਰੂਮ ਵੀ ਪ੍ਰਪੇਅਰਡ ਹੋਣਾ ਚਾਹੀਦਾ। ਪ੍ਰਪੇਅਰ ਕੀ ਹੈ ਕਿ ਕਲਾਸਰੂਮ ਵੀ ਪ੍ਰਪੇਅਰ ਹੋਣਾ ਚਾਹੀਦਾ। ਇੱਕ ਅਧਿਆਪਕ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਤਾਂ ਜੋ ਕੀ ਹੈ ਬੱਚਿਆਂ ਨੂੰ ਪੜ੍ਹਾ ਸਕੇ ਤੇ ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਕਿੰਨੀਆਂ ਕਲਾਸਾਂ ਨੇ, ਕਿੰਨੇ ਬੱਚੇ ਨੇ, ਤਾਂ ਮੇਰੇ ਵਿਸ਼ੇ ਕਿਹੜੇ ਕਿਹੜੇ ਨੇ, ਤਾਂ ਮੇਰਾ ਸਿਲੇਬਸ ਕਿਹੜਾ ਕਿਹੜਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਤਾ ਹੋਣੀਆਂ ਚਾਹੀਦੀਆਂ ਨੇ ਇੱਕ ਅਧਿਆਪਕ ਨੂੰ। ਤਾਂ ਇੱਕ ਅਧਿਆਪਕ ਜਿਹੜਾ ਹੈਗਾ ਬੀ ਪ੍ਰਪੇਅਰਡ ਹੋਣਾ ਚਾਹੀਦਾ, ਬੀ ਪਲੈਨਿੰਗ ਵਾਲਾ ਹੋਣਾ ਚਾਹੀਦਾ। ਅਧਿਆਪਕ ਇੱਕ ਚੰਗੀ ਯੋਜਨਾਬੱਧ ਵਾਲਾ ਹੋਣਾ ਚਾਹੀਦਾ। ਉਹਨੂੰ ਹਰ ਇੱਕ ਸਿਲੇਬਸ ਦਾ ਗਿਆਨ ਹੋਣਾ ਚਾਹੀਦਾ ਤਾਂ ਉਹ ਹਰ ਇੱਕ ਸਿਲੇਬਸ ਨੂੰ ਇੱਕ ਚੰਗੀ ਪਲੈਨਿੰਗ ਦੇ ਨਾਲ ਕਰਵਾ ਸਕੇ। ਉਸ ਤੋਂ ਬਾਅਦ ਕੀ ਹੈ ਅੱਜ ਦਾ ਟੌਪਿਕ ਜਿਹੜਾ ਹੈਗਾ ਇੰਨਾ ਹੀ ਸੀਗਾ ਆਪਣਾ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਕਲਾਸਰੂਮ ਵਾਲਾ ਥੋੜ੍ਹਾ ਜਿਹਾ ਟੌਪਿਕ ਜਿਹੜਾ ਹੈਗਾ ਹੋਰ ਰਹੂਗਾ, ਉਹ ਅਗਲੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ। ਤੇ ਤੁਹਾਨੂੰ ਇੱਕ ਹੰਬਲ ਰਿਕੁਐਸਟ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜ਼ਰੂਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਕਲਾਸਾਂ ਨੇ ਮੈਂ ਤੁਹਾਨੂੰ ਲਾਈਵ ਦੇ ਸਕਾਂ, ਕਿਉਂਕਿ 1000 ਤੋਂ ਵੱਧ ਜੇ ਸਬਸਕ੍ਰਾਈਬਰ ਹੋਣਗੇ ਆਪਾਂ ਲਾਈਵ ਕਲਾਸਾਂ ਸਟਾਰਟ ਕਰ ਸਕਦੇ ਹਾਂ। ਠੀਕ ਹੈ ਜੀ। ਆਪਣੇ ਸਿਰਫ 150 ਜਿਹੜਾ ਹੈਗਾ ਸਬਸਕ੍ਰਾਈਬਰ ਜਿਹੜਾ ਪੈਂਡਿੰਗ ਹੈ, 150 ਸਬਸਕ੍ਰਾਈਬ ਜਿਹੜਾ ਹੈਗਾ ਆਪਾਂ ਖਿੱਚ ਕੇ ਆਪਾਂ ਕਰੀਏ ਤਾਂ ਜੋ ਕੀ ਆ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਜੀ ਆਪਾਂ ਜਿੰਨੀਆਂ ਵੀ ਹੈਗੀਆਂ ਲਾਈਵ ਕਲਾਸਾਂ ਆਪਾਂ ਸਟਾਰਟ ਕਰ ਸਕੀਏ। ਤਾਂ ਜ਼ਰੂਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਮੈਨੂੰ ਪਤਾ ਲੱਗੇ ਜੇ ਕੋਈ ਪ੍ਰੋਬਲਮ ਹੈਗੀ ਹੈ ਲੈਕਚਰ ਦੇ ਵਿੱਚ ਉਹਨੂੰ ਅਗਲੇ ਲੈਕਚਰ ਦੇ ਵਿੱਚ ਇੰਪਰੂਵ ਕਰਨ ਦੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਓਕੇ ਜੀ, ਥੈਂਕ ਯੂ।